ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ। ਸਾਰਿਆਂ ਨੂੰ ਅੱਜ ਇਸ ਸ਼ਾਮ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਅੱਜ ਅਸੀਂ ਤੁਹਾਡੇ ਨਾਲ ਲਾਈਵ ਜੁੜੇ ਹਾਂ ਅਤੇ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਆਫ ਕੋਰਸ ਕਾਲ ਇਨ ਕਰਕੇ ਆਪਦੇ ਵਿਚਾਰ, ਕੁਐਸਚਨਸ, ਕਮੈਂਟਸ ਜ਼ਰੂਰ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਅੱਜ ਦਾ ਇੰਨਾ ਸਪੈਸ਼ਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਕਾਲ ਕਰਕੇ ਇਹਦੇ ਵਿੱਚ ਹਿੱਸਾ ਲਵੋਗੇ, ਬਿਕੋਜ਼ ਅੱਜ ਅਸੀਂ ਖਬਰਾਂ ਦੇ ਨਾਲ ਜ਼ਿਆਦਾ ਜੁੜੀ ਹੋਈ ਪ੍ਰੋਗਰਾਮਿੰਗ ਨਹੀਂ ਪੇਸ਼ ਕਰ ਰਹੇ। ਅੱਜ ਅਸੀਂ ਤੁਹਾਨੂੰ ਖਬਰ ਦੇ ਰਹੇ ਹਾਂ ਜ਼ਰੂਰ ਇੱਕ ਬਹੁਤ ਹੀ ਇੰਪੋਰਟੈਂਟ ਅਤੇ ਐਕਸਾਈਟਿੰਗ ਆਉਣ ਵਾਲੇ ਟ੍ਰਿਪ ਬਾਰੇ, ਆਉਣ ਵਾਲੀ ਇਵੈਂਟ ਬਾਰੇ। ਜਦੋਂ ਅਸੀਂ ਪੰਜਾਬ ਦੀ ਅਪਲਿਫਟਮੈਂਟ ਦੀ ਗੱਲ ਕਰਦੇ ਹਾਂ, ਲਗਾਤਾਰ ਤੁਹਾਨੂੰ ਇੱਕ ਸੰਸਥਾ ਦੇ ਨਾਲ ਅਸੀਂ ਰੂਬਰੂ ਕਰਾਉਂਦੇ ਹਾਂ ਜੋ ਕਿ ਪੰਜਾਬੀਆਂ ਅਤੇ ਪੰਜਾਬੀਅਤ ਲਈ ਕਿੰਨੀ ਸੇਵਾ ਅਤੇ ਕਿੰਨੇ ਪੁਰਾਣੇ ਸਮੇਂ ਤੋਂ ਸੇਵਾ ਅਤੇ ਹਾਰਡ ਵਰਕ ਕਰ ਰਹੀ ਹੈ ਪੰਜਾਬ ਦੇ ਵਿੱਚ, ਅਤੇ ਬੱਚਿਆਂ ਨੂੰ ਪੰਜਾਬ ਤੋਂ ਬਾਹਰ ਵੀ ਆਪ ਦੀ ਵਿਰਾਸਤ ਨਾਲ ਜੋੜਨ ਲਈ। ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹਨ ਸੇਵਾਦਾਰ ਸੰਸਥਾ ਬੜੂ ਸਾਹਿਬ ਕਲਗੀਧਰ ਟਰਸਟ ਵੱਲੋਂ। ਪਲੀਜ਼ ਮੇਰੇ ਨਾਲ ਰਲ ਕੇ ਇਹਨਾਂ ਦਾ ਸਵਾਗਤ ਕਰੋ। ਸਭ ਤੋਂ ਪਹਿਲੇ ਰਵੀਦੀਪ ਕੌਰ ਮੁਕਤਾ ਜੀ, ਜਸਪਾਲ ਜੀ, ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਪਾਲ ਜੀ ਕੈਲੀਫੋਰਨੀਆ ਤੋਂ, ਮੁਕਤਾ ਜੀ ਟੈਕਸਸ ਤੋਂ। ਜਦੋਂ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ ਸਾਨੂੰ ਇੱਕ ਤਾਂ ਮਾਣ ਮਹਿਸੂਸ ਹੁੰਦਾ ਹੈ ਕਿ ਕਿੰਨੀ ਸੇਵਾ ਹੋ ਰਹੀ ਹੈ, ਕਿਸ ਤਰ੍ਹਾਂ ਪੰਜਾਬ ਦੇ ਜੋ ਵੱਖ-ਵੱਖ ਇਸ਼ੂਜ਼ ਹਨ ਉਹਨਾਂ ਉੱਤੇ ਕੰਮ ਹੋ ਰਿਹਾ, ਭਾਵੇਂ ਉਹ ਬੱਚਿਆਂ ਨੂੰ ਪੜ੍ਹਾਉਣ ਦਾ ਇਸ਼ੂ ਹੋਵੇ, ਡਰੱਗਸ ਨਸ਼ਿਆਂ ਦਾ ਇਸ਼ੂ ਹੋਵੇ, ਇਨਵਾਇਰਮੈਂਟ ਦਾ ਇਸ਼ੂ ਹੋਵੇ। ਇਹ ਤਾਂ ਮੈਂ 2-3 ਚੀਜ਼ਾਂ ਲਿਸਟ ਕੀਤੀਆਂ, ਲਿਸਟ ਕਿੰਨੀ ਲੰਬੀ ਹੈਗੀ, ਬਟ ਇਹ ਚੀਜ਼ ਤੁਸੀਂ ਜ਼ਿਆਦਾ ਮੈਂ ਕਹਿੰਦੀ ਹਾਂ ਇਨ ਡੈਪਥ ਤਰੀਕੇ ਦੇ ਨਾਲ ਵਿਊਅਰਸ ਦੇ ਨਾਲ ਸ਼ੇਅਰ ਕਰਦੇ ਹੋ। ਅੱਜ ਅਸੀਂ ਲੇਕਿਨ ਸਿਰਫ ਇਨ ਇਸ਼ੂਜ਼ 'ਤੇ ਨਹੀਂ, ਜੋ ਇਹ ਸੰਸਥਾ ਕਿੰਨੇ ਦਹਾਕਿਆਂ ਤੋਂ ਕੰਮ ਕਰ ਰਹੀ ਹੈ ਉਹਦੇ 'ਤੇ ਨਹੀਂ ਸਿਰਫ ਗੱਲ ਕਰਨ ਲਈ ਜੁੜੇ। ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇੱਕ ਵਾਰੀ ਫਿਰ ਬਾਬਾ ਜੀ ਡਾਕਟਰ ਦਵਿੰਦਰ ਸਿੰਘ ਜੀ, ਜਿਨ੍ਹਾਂ ਨੇ ਲੀਡਰਸ਼ਿਪ ਦਾ ਰੋਲ ਲਿੱਤਾ ਹੈ ਇਸ ਸੰਸਥਾ ਦਾ, ਇਸ ਇੰਨੇ ਵੱਡੇ ਆਪਰੇਸ਼ਨ ਦਾ, ਇਸ ਮਿਸ਼ਨ ਦਾ, ਉਹ ਇੱਕ ਵਾਰੀ ਫਿਰ USA ਦੇ ਵਿੱਚ ਇੱਕ ਟੂਰ ਲਈ ਆ ਰਹੇ ਹੈ। ਵੈਸਟ ਕੋਸਟ ਅਤੇ ਮਿਡ ਵੈਸਟ ਕੁਝ ਸਟੇਟਾਂ ਦੇ ਵਿੱਚ ਉਹ ਆ ਰਹੇ ਹੈ ਦਸੰਬਰ ਦੇ ਵਿੱਚ, ਜੋ ਕਿ ਸਿਰਫ 1.5 ਹਫ਼ਤਾ ਵੀ ਨਹੀਂ ਰਹਿ ਗਿਆ ਹੁਣ। ਸਭ ਤੋਂ ਪਹਿਲੇ ਤਾਂ ਮੁਕਤਾ ਜੀ, ਆਈ ਨੋ ਤੁਸੀਂ ਸੰਗਤਾਂ ਦੇ ਨਾਲ ਯੂਬਾ ਸਿਟੀ ਜੁੜ ਕੇ ਥੋੜ੍ਹਾ ਬਹੁਤਾ ਇਹਦੇ ਬਾਰੇ ਦੱਸਿਆ ਹੈ, ਬਟ ਹੁਣ ਤਾਂ ਕੁਛ ਹੀ ਦਿਨ ਰਹਿ ਗਏ ਹੈ। ਸੋ ਪਲੀਜ਼ ਸਾਨੂੰ ਦੱਸੋ ਕੀ ਨਵੀਂ ਅਪਡੇਟਸ ਹਨ ਇਸ ਟੂਰ ਬਾਰੇ। ਲਾਈਵ ਲੋਕੀ ਤੁਹਾਡੇ ਨਾਲ ਜੁੜ ਸਕਦੇ ਆ ਇਸ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਜ਼ਰੂਰ ਸਾਨੂੰ ਸਾਰੀ ਜਾਣਕਾਰੀ ਦੇਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸ਼ਮਿਤਾ ਜੀ, ਬਾਣੀ ਵਿੱਚ ਲਿਖਿਆ ਹੋਇਆ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਵੈਸਨ ਜਾਈਏ। ਤੇ ਮਤਲਬ ਸੇਵਾ ਦਾ ਬੜਾ ਉੱਤਮ ਮਹੱਤਵ ਜਿਹੜਾ ਹੈ ਆਪਣੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬੜਾ ਦਰਜ ਕੀਤਾ ਹੈ ਕਿ ਸੇਵਾ ਜਿਹੜੀ ਹੈ ਕਿ ਉਹਦਾ ਬੜਾ ਵੱਡਾ ਰੋਲ ਹੈ ਆਪਾਂ ਸਾਰਿਆਂ ਦੇ ਜੀਵਨ ਦੇ ਵਿੱਚ। ਬੇਸਿਕਲੀ ਪਰਪਸ ਦੀ ਜਿਹੜਾ ਆਪਾਂ ਨੂੰ ਮਿਲਿਆ ਨਾਮ ਬਾਣੀ ਜਪਣ ਦਾ ਤੇ ਸੇਵਾ ਕਰਨ ਦਾ ਮਿਲਿਆ, ਤੇ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਜਿਵੇਂ ਸੰਸਥਾ ਵੱਧ ਚੜ ਕੇ ਪੰਜਾਬ ਦੀ ਤਰੱਕੀ ਵਾਸਤੇ ਸੇਵਾ ਕਰ ਰਹੀ ਹੈ। ਤੇ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਸੀ ਜਦੋਂ ਬਾਬਾ ਇਕਬਾਲ ਸਿੰਘ ਜੀ ਦਾ ਸਾਨੂੰ ਸਾਥ ਮਿਲਿਆ, ਸੰਗ ਮਿਲਿਆ। ਆਪਣੇ ਆਪ ਨੂੰ ਭਾਗਾਂ ਵਾਲਾ ਮਹਿਸੂਸ ਕਰਦੇ ਹਾਂ ਕਿ ਇਸ ਜਨਮ ਵਿੱਚ ਉੱਚ ਕੋਟੀ ਦੇ ਮਹਾਂਪੁਰਖਾਂ ਨਾਲ ਸਾਡਾ ਮੇਲ ਹੋਇਆ ਤੇ ਉਹਨਾਂ ਨਾਲ ਸੰਗਤ ਕਰਨ ਦਾ ਸਾਨੂੰ ਮੌਕਾ ਮਿਲਿਆ, ਤੇ ਉਹਨਾਂ ਦੇ ਰਾਹੀਂ ਸਾਨੂੰ ਸੇਵਾ ਕਰਨ ਦਾ ਵੀ ਸਬਬ ਪ੍ਰਾਪਤ ਹੋਇਆ। ਤੇ ਉਸ ਤੋਂ ਬਾਅਦ ਹੁਣ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਡਾਕਟਰ ਦਵਿੰਦਰ ਵੀਰ ਜੀ ਤੇ ਉਹ ਹੁਣ ਉਸੇ ਸੇਵਾ ਨੂੰ ਅੱਗੇ ਲੈ ਕੇ ਜਾ ਰਹੇ ਨੇ ਪੰਜਾਬ ਦੀ ਤਰੱਕੀ ਵਾਸਤੇ, ਆਪਣੇ ਗੁਰੂਆਂ ਦੀ ਤਰੱਕੀ ਵਾਸਤੇ। ਤੇ ਅਗਸਤ ਵਿੱਚ ਵੀ ਵੀਰ ਜੀ ਆਏ ਸੀਗੇ ਇੱਥੇ ਬਾਬਾ ਦਵਿੰਦਰ ਸਿੰਘ ਜੀ, ਤੇ ਸੰਗਤ ਦਾ ਬੜਾ ਸਹਿਯੋਗ ਮਿਲਿਆ ਸੀਗਾ ਤੇ ਬੜੀ ਸਪੋਰਟ ਸੰਗਤ ਦੀ ਮਿਲੀ ਸੀ। ਉਦੋਂ ਸਾਰਾ ਅਸੀਂ ਈਸਟ ਕੋਸਟ ਤੇ ਮਿਡ ਵੈਸਟ ਜਿਹੜਾ ਕਵਰ ਕੀਤਾ ਸੀਗਾ, ਤੇ ਉਦੋਂ ਪਲੈਨਿੰਗ ਵਿੱਚ ਸੀਗਾ ਕਿ ਆਪਾਂ ਹੁਣ ਸਰਦੀਆਂ ਦੇ ਵਿੱਚ ਦਸੰਬਰ ਵਿੱਚ ਵੈਸਟ ਕੋਸਟ ਤੇ ਸੈਂਟਰਲ ਦਾ ਕਵਰ ਕਰਾਂਗੇ ਜਿਹੜਾ ਹਿੱਸਾ ਰਹਿ ਗਿਆ ਸੀਗਾ। ਤੇ ਫਿਰ ਵਿੱਚ ਉੱਥੇ ਫਲੱਡ ਆ ਗਿਆ ਤੇ ਸਾਨੂੰ ਤੇ ਸੀਗਾ ਕਿ ਮੁਸ਼ਕਲ ਸੀ ਉੱਥੋਂ ਵੀਰ ਜੀ ਦਾ ਵੀ ਨਿਕਲਣਾ, ਤੇ ਕਿ ਬਣੇਗਾ ਪ੍ਰੋਗਰਾਮ ਨਹੀਂ।
ਬਟ ਫਿਰ ਸੰਗਤਾਂ ਦਾ ਕਾਲ ਆ ਰਹੇ ਸੀ ਸਾਨੂੰ ਕਿ ਵੀ ਬਾਬਾ ਜੀ ਦਾ ਪ੍ਰੋਗਰਾਮ ਕੀ ਹੈਗਾ ਵੇ, ਸਾਨੂੰ ਦੱਸੋ। ਤੇ ਉਹ ਤਿਆਰ ਸੀ ਸੇਵਾ ਵਾਸਤੇ। ਸਪੈਸ਼ਲੀ ਡਾਕਟਰ ਵਿਰਕ ਜੀ ਦਾ ਸਿਆਟਲ ਤੋਂ ਬਾਰ-ਬਾਰ ਕਾਲ ਆ ਰਿਹਾ ਸੀਗਾ ਕਿ ਕੀ ਅਗਲਾ ਹੁਣ ਦੱਸੋ ਸਾਰਾ ਪ੍ਰੋਗਰਾਮ। ਤੇ ਫਿਰ ਅਸੀਂ ਬਾਬਾ ਜੀ ਨੂੰ ਬੇਨਤੀ ਕਰਕੇ ਕਿਹਾ ਕਿ ਤੁਸੀਂ 1 ਮਹੀਨੇ ਦਾ ਹੀ ਬਣਾ ਲਓ ਤੇ ਤੁਸੀਂ ਬਣਾ ਲਓ ਪ੍ਰੋਗਰਾਮ। ਸੋ ਤੇ ਜਦੋਂ ਸਾਰੀ ਸੰਗਤਾਂ ਨਾਲ ਆਪਾਂ ਸ਼ੇਅਰ ਕੀਤਾ ਤੇ ਬੜਾ ਵੱਧ ਚੜ ਕੇ ਉਹੀਓ ਸੇਮ ਜਿਵੇਂ ਆਲਵੇਜ਼ ਆਪਾਂ ਨੂੰ ਰਿਸਪੌਂਸ ਆਉਂਦਾ ਸੰਗਤ ਦਾ, ਕਿਉਂਕਿ ਹਰ ਬੰਦਾ ਕੰਟਰੀਬਿਊਟ ਕਰਨਾ ਚਾਹੁੰਦਾ ਹੈ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ। ਤੇ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਇਸ ਟਾਈਮ ਸਭ ਤੋਂ ਉੱਚਾ ਸੁੱਚਾ ਕੰਮ ਜਿਹੜਾ ਵਿਦਿਆ ਦਾ ਦਾਨ, ਉਹ ਇਹ ਸੰਸਥਾ ਦੇ ਰਹੀ ਹੈਗੀ ਹੈ। ਤੇ ਪ੍ਰੋਗਰਾਮ ਜਿਹੜਾ ਹੈ ਕਿ ਉਹੀਓ ਆਪਾਂ 1 ਦਸੰਬਰ ਨੂੰ ਲੈਂਡ ਕਰਨਾ ਹੈ ਤੇ ਵੀਰ ਜੀ ਨੂੰ ਆਰਾਮ ਕਰਨ ਦਾ ਟਾਈਮ ਵੀ ਨਹੀਂ ਮਿਲ ਰਿਹਾ। ਸੋ ਸੇਮ ਡੇ ਹੀ ਸ਼ਾਮੀ ਉੱਥੇ ਬਲਬੀਰ ਸਿੰਘ ਜੀ ਹੈਗੇ ਨੇ ਤੇ ਉਹਨਾਂ ਦੇ ਘਰ ਤੋਂ ਆਪਣਾ ਪਹਿਲਾ ਪ੍ਰੋਗਰਾਮ ਜਿਹੜਾ ਆਪਣਾ ਖਾਸ ਮੁਲਾਕਾਤ ਉੱਥੋਂ ਸ਼ੁਰੂ ਹੋ ਜਾਣਾ ਥਰਸਡੇ ਸ਼ਾਮ ਤੋਂ ਹੀ ਨਾ। ਸੋ ਦੁਪਹਿਰੀ ਫਲਾਈਟ ਪਹੁੰਚਣੀ ਹੈ ਤੇ ਸ਼ਾਮੀ ਅਸੀਂ ਉਹਨਾਂ ਦੇ ਘਰ ਜਾ ਕੇ ਤੇ ਉੱਥੇ ਸੰਗਤਾਂ ਇਕੱਠੀਆਂ ਹੋ ਕੇ ਤੇ ਵੀਰ ਜੀ ਨਾਲ ਗੱਲਬਾਤ ਕਰਨਗੇ ਕਿ ਉਹ ਉਹਨਾਂ ਦੇ ਅੱਗੋਂ ਕੀ ਕੀ ਵਿਚਾਰ ਨੇ, ਕੀ ਕੀ ਪਲੈਨਿੰਗਸ ਹੈਗੀਆਂ ਆਪਣੇ ਹੋਰ ਸਕੂਲਾਂ ਬਾਰੇ ਨਾ। ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਦਸੰਬਰ 2 ਨੂੰ ਜਿਹੜਾ ਵੇ ਕਿ ਆਪਾਂ ਟਰਾਈ ਸਟੇਟ ਨਾਰਥ ਵਾਲੇ ਪਾਸੇ ਜਾਣਾ, ਉਧਰ ਸਿਆਟਲ, ਉਹ ਵੀ ਘਰਾਂ ਵਿੱਚ ਸੰਗਤਾਂ ਨੂੰ ਮਿਲਣ ਜਾਣਾ ਹੈ। ਤੇ ਉਸ ਤੋਂ ਬਾਅਦ 3 ਦਸੰਬਰ ਸੈਟਰਡੇ ਹੈਗਾ ਤੇ ਸਪੋਕੇਨ ਗੁਰੂ ਘਰ ਜਿਹੜਾ ਹੈਗਾ ਉਹਨਾਂ ਨੇ ਇਨੀਸ਼ੀਏਟਿਵ ਲਿਆ। ਉੱਥੇ ਰਣਬੀਰ ਸਿੰਘ ਨਾਗਰਾ ਜੀ ਹੈਗੇ ਨੇ ਤੇ ਉਹਨਾਂ ਨੇ ਤੇ ਆਪਣੇ ਹਰਦਿਆਲ ਸਿੰਘ ਵਿਰਕ ਜੀ ਤੇ ਡਾਕਟਰ ਸਰਬਜੀਤ ਸਿੰਘ ਵਿਰਕ ਵੀਰ ਜੀ ਵਰਾਂ ਨੇ ਮਿਲ ਕੇ ਉੱਥੇ ਸਾਰੀਆਂ ਸੰਗਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਹੁਮ ਆ ਕੇ ਪਹੁੰਚ ਕੇ ਤੇ ਉੱਥੇ ਆਪਾਂ ਇੱਕ ਸਪੈਸ਼ਲ ਮੁਲਾਕਾਤ ਪ੍ਰੋਗਰਾਮ ਵੀ ਨਾਲ ਰੱਖਿਆ ਜਿਹੜਾ ਆਪਾਂ ਜਸਟ ਟੀਵੀ ਦੇ ਰਾਹੀਂ ਦਿਖਾਵਾਂਗੇ ਸੰਗਤਾਂ ਨੂੰ। ਤੇ ਉਸ ਤੋਂ ਬਾਅਦ 4 ਤਰੀਕ ਨੂੰ ਜਿਹੜਾ ਕਿ ਸੰਡੇ ਹੈਗਾ, ਪਹਿਲੇ ਜਿਹੜਾ ਕਿ ਗੁਰੂ ਘਰ ਹੈਗਾ ਰੈਂਟਨ ਗੁਰੂ ਘਰ, ਵੱਡਾ ਮੇਨ ਪੁਰਾਣਾ ਗੁਰੂ ਘਰ, ਉੱਥੇ ਬਾਬਾ ਕਬਾਲ ਸਿੰਘ ਜੀ ਦੀ ਸ਼ਰਧਾਂਜਲੀ ਵਾਸਤੇ ਪਾਠ ਰੱਖੇ ਜਾਣਗੇ ਫਰਾਈਡੇ ਨੂੰ ਤੇ ਸੰਡੇ ਸਵੇਰੇ ਉੱਥੇ ਪਹਿਲੇ ਪਾਠਾਂ ਦੀ ਸਮਾਪਤੀ ਹੋਏਗੀ ਤੇ ਉਸ ਗੁਰੂ ਘਰ ਜਾਣਾ। ਉਸ ਤੋਂ ਬਾਅਦ ਜਿਹੜਾ ਸੈਕਿੰਡ ਗੁਰੂ ਘਰ 145th ਸਟਰੀਟ ਤੇ ਹੈਗਾ ਵੇ ਤੇ ਅਸੀਂ ਫਿਰ ਉਹ ਗੁਰੂ ਘਰ ਦੇ ਵਿੱਚ ਜਾ ਕੇ ਵੀਰ ਜੀ ਦੇ ਉੱਥੇ ਬਚਨ ਤੇ ਉਹਨਾਂ ਦੇ ਲਾਈਕ ਸਪੀਚ ਹੈਗੀ ਹੈ, ਸਾਰੀ ਸੰਗਤਾਂ ਨੇ ਜੀ ਉੱਥੇ ਤਿਆਰੀਆਂ ਕੀਤੀਆਂ ਜੀ। ਤੇ ਉਸ ਤੋਂ ਬਾਅਦ ਫਿਰ ਸ਼ਾਮੀ ਜਿਹੜਾ ਵੇ ਕੈਂਟ ਇਵੈਂਟ ਸੈਂਟਰ ਜਿਹੜਾ ਹੈਗਾ ਉਹਦੇ ਵਿੱਚ ਸੈਮੀਨਾਰ ਰੱਖਿਆ ਹੈਗਾ। ਸੋ ਇਸ ਤਰ੍ਹਾਂ ਪੂਰਾ 1 ਵੀਕ ਜਿਹੜਾ 4 ਦਿਨ ਪਹਿਲੇ ਪਲਾਨ ਕੀਤੇ, ਉੱਥੇ ਪੂਰਾ ਸੱਦਾ ਵੇ, ਓਪਨ ਸੱਦਾ ਸੰਗਤਾਂ ਦਾ, ਕੈਂਟ ਇਵੈਂਟ ਸੈਂਟਰ ਸ਼ਾਮੀ 5 ਵਜੇ ਜੀ। ਮੁਕਤਾ ਜੀ ਸੋ ਵਾਂਸ ਅਗੇਨ ਇਸ ਟ੍ਰਿਪ ਦੀ ਡੇਟਸ ਮੈਂ ਸਕਰੀਨ ਤੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਹਾਂ, ਲਿਖੀਆਂ ਹੋਈਆਂ, ਕਿੰਨਾ ਪੈਕਡ ਇਹ ਟ੍ਰਿਪ ਹੈ। ਫਿਰ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਬਾਬਾ ਜੀ ਡਾਕਟਰ ਦਵਿੰਦਰ ਸਿੰਘ ਜੀ ਨੂੰ ਇੱਕ ਵੀ ਮੌਕਾ ਰੈਸਟ ਦਾ ਨਹੀਂ ਹੈਗਾ, ਬਟ ਉਹ ਰੈਸਟ ਕਰਨ ਨਹੀਂ ਆ ਰਹੇ, ਉਹ ਸੰਗਤਾਂ ਦੇ ਨਾਲ ਮਿਲਣ ਆ ਰਹੇ ਹੈ, ਸੰਗਤਾਂ ਦੇ ਨਾਲ ਗੱਲ ਕਰਨ ਆ ਰਹੇ ਹੈ। ਐਂਡ ਕੁਛ ਇਹੋ ਜਿਹੇ ਇਵੈਂਟਸ ਇਸ ਟ੍ਰਿਪ ਦੇ ਵਿੱਚ ਹੈਗੇ, ਜਿਸ ਤਰ੍ਹਾਂ ਤੁਸੀਂ ਕੈਂਟ ਇਵੈਂਟ ਸੈਂਟਰ ਦਾ ਮੈਂਸ਼ਨ ਕੀਤਾ ਹੈ, ਜੋ ਕਿ ਦਸੰਬਰ 5 ਤਰੀਕ ਨੂੰ ਸੰਡੇ ਸ਼ਾਮੀ 5 ਵਜੇ ਹੋ ਰਿਹਾ ਹੈ, ਜਿਹਦੇ ਵਿੱਚ ਕਮਿਊਨਿਟੀ ਨੂੰ ਓਪਨ ਸੱਦਾ ਹੈ ਹੁਮ ਆ ਕੇ ਪਹੁੰਚਣ। ਇਹਦੇ ਬਾਰੇ ਹੋਰ ਜਾਣਕਾਰੀ ਮੈਂ ਦੇਣਾ ਚਾਹੁੰਦੀ ਹਾਂ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ ਸਮਾਂ ਆ ਰਿਹਾ ਹੈ। ਮੁਕਤਾ ਜੀ, ਜਸਪਾਲ ਜੀ, ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਦਰਸ਼ਕ ਤੁਸੀਂ ਵੀ ਜੁੜੇ ਰਹੋ, ਤੁਹਾਡੀ ਕਾਲਸ ਵੀ ਅਸੀਂ ਅਟੈਂਡ ਕਰਾਂਗੇ ਬ੍ਰੇਕ ਤੋਂ ਪਾਰ। ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਲਾਈਵ। ਤੁਹਾਡੇ ਨਾਲ ਅੱਜ ਜੁੜੇ ਹਾਂ ਤੇ ਜੋ ਵੀ ਦਰਸ਼ਕ ਸਾਡੇ ਨਾਲ ਜੁੜੇ ਹਨ, ਤੁਸੀਂ ਜ਼ਰੂਰ ਸਕਰੀਨ ਤੇ ਲਿਖੇ ਹੋਇਆ ਲਾਈਵ ਨੰਬਰ ਤੇ ਕਾਲ ਕਰਕੇ ਸਾਡੇ ਨਾਲ ਆਪਦੇ ਵਿਚਾਰ ਸਾਂਝੇ ਕਰ ਸਕਦੇ ਹੋ। ਕੈਲੀਫੋਰਨੀਆ ਅਤੇ ਟੈਕਸਸ ਤੋਂ ਸਾਡੇ ਅੱਜ ਸ਼ਾਮ ਦੇ ਗੈਸਟਸ ਸਾਡੇ ਨਾਲ ਜੁੜੇ ਹੋਏ। ਇੱਕ ਵਾਰੀ ਫਿਰ ਮੈਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ ਰਵੀਦੀਪ ਕੌਰ ਮੁਕਤਾ ਜੀ, ਜਸਪਾਲ ਜੀ। ਜਦੋਂ ਸੇਵਾ ਦੀ ਗੱਲ ਸ਼ੁਰੂ ਹੁੰਦੀ ਹੈ, ਇਹ ਤੋਂ ਵੱਡੀ ਕੀ ਸੇਵਾ ਹੋ ਸਕਦੀ ਹੈ ਕਿ ਜਿੱਥੇ ਸਾਡੀ ਜੜ੍ਹਾਂ, ਜਿੱਥੇ ਸਾਡਾ ਦਿਲ ਹਲੇ ਵੀ ਜੁੜਿਆ ਹੋਇਆ ਹੈ ਪੰਜਾਬ ਦੀ ਧਰਤੀ 'ਤੇ,
ਜੋ ਸੇਵਾ ਬੜੂ ਸਾਹਿਬ ਕਲਗੀਧਰ ਟਰੱਸਟ ਸੰਸਥਾ ਕਰ ਰਹੀ ਹੈ, ਭਾਵੇਂ ਉਹ ਬੱਚਿਆਂ ਨੂੰ ਵਿੱਦਿਆ ਦਾ ਦਾਨ, ਜਿਸ ਤਰ੍ਹਾਂ ਮੁਕਤਾ ਜੀ ਤੁਸੀਂ ਕਹਿ ਰਹੇ ਸੀ, ਜਾਂ ਬੱਚਿਆਂ ਨੂੰ, ਕੁੜੀਆਂ ਨੂੰ ਹਾਇਰ ਲੈਵਲ ਦੀ ਐਜੂਕੇਸ਼ਨ ਪਹੁੰਚਾਉਣਾ, ਮਾਸਟਰਸ PhD ਲੈਵਲ ਦੀ ਐਜੂਕੇਸ਼ਨ ਪਹੁੰਚਾਉਣਾ। ਆਈ ਮੀਨ ਇਹ ਮੈਂ ਆਪ ਦੇਖਿਆ ਹੋਇਆ ਹੈ, ਜੋ ਕਿ ਅਕਾਲ ਯੂਨੀਵਰਸਿਟੀ ਦੇ ਵਿੱਚ ਹਿਮਾਚਲ ਦੇ ਵਿੱਚ ਕੀ ਕੁਝ ਹੋ ਰਿਹਾ ਹੈ। ਇਟ ਵਾਜ਼ ਅਮੇਜ਼ਿੰਗ ਟੂ ਸੀ ਦੈਟ। ਬਟ ਅੱਜ ਅਸੀਂ ਬਾਬਾ ਜੀ ਡਾਕਟਰ ਦਵਿੰਦਰ ਸਿੰਘ ਜੀ ਦੇ ਆਉਣ ਵਾਲੇ ਦਸੰਬਰ ਟੂਰ ਦੀ ਗੱਲ ਕਰ ਰਹੇ ਹਾਂ। ਆਮ ਸ਼ੋਰ ਵਿਊਅਰਸ ਨੂੰ ਬਹੁਤ ਉਤਸ਼ਾਹ ਹੈ ਇਹਦੇ ਬਾਰੇ ਹੋਰ ਜਾਣਕਾਰੀ ਸੁਣਨ ਲਈ। ਵੈਸਟ ਕੋਸਟ ਦੇ ਵਿੱਚ ਪ੍ਰਾਇਮਰੀਲੀ ਇਹ ਟੂਰ ਫੋਕਸ ਕਰ ਰਿਹਾ ਹੈ। ਕੁਝ ਕਾਲਰ ਸਾਡੇ ਨਾਲ ਜੁੜ ਚੁੱਕੇ, ਉਹਨਾਂ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਅਮਰੀਕ ਸਿੰਘ ਬੋਲ ਰਿਹਾ ਜੀ। ਹਾਂਜੀ ਅਮਰੀਕ, ਕੈਲੀਫੋਰਨੀਆ ਤੋਂ। ਸਤਿ ਸ਼੍ਰੀ ਅਕਾਲ ਅਮਰੀਕ ਸਿੰਘ ਜੀ। ਬਹੁਤ ਵਧੀਆ ਮੁੱਦਾ ਤੁਹਾਡਾ ਜਿਹੜਾ ਤੁਸੀਂ ਅੱਜ ਛੁਇਆ, ਕਿਉਂਕਿ ਐਜੂਕੇਸ਼ਨ ਬਹੁਤ ਜ਼ਰੂਰੀ ਆ, ਮਸਟ ਹੈ ਜ਼ਿੰਦਗੀ ਦੇ ਵਿੱਚ। ਜੇ ਐਜੂਕੇਸ਼ਨ ਆ ਤੇ ਸਾਰਾ ਕੁਝ ਹੈ ਨਾ। ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ, ਇੰਡੀਆ ਜਿੱਥੇ ਵੀ ਆਪਾਂ ਰਹੀਏ ਹੈ ਨਾ ਜੀ, ਤੇ ਵਧੀਆ ਬਹੁਤ ਉਦਮ ਆ ਵੀ। ਚਲੋ ਵਿਦਿਅਕ ਅਦਾਰੇ ਜੀ ਵੱਧ ਤੋਂ ਵੱਧ ਖੁੱਲਣੇ ਚਾਹੀਦੇ ਹਨ, ਜੋ ਖੋਲ ਰਹੇ ਆ ਜੀ। ਤੇ ਇਹ ਹੈਗਾ ਵੀ ਜੇ ਅਸੀਂ ਇਹ ਅਦਾਰੇ ਖੋਲਦੇ ਆ, ਜਿਹੜੇ ਜਿੰਨੇ ਵੀ ਖੋਲ ਰਹੇ ਆ, ਜਿੰਨੇ ਬਣ ਰਿਹਾ ਪੰਜਾਬ ਦੇ ਵਿੱਚ, ਵੱਖ-ਵੱਖ ਸੰਸਥਾਵਾਂ ਵੱਲੋਂ, ਵੱਖ-ਵੱਖ ਸੰਪਰਦਾਵਾਂ ਵੱਲੋਂ, ਜਾਂ ਸਮਾਜ ਸੇਵੀਆਂ ਵੱਲੋਂ, ਜਾਂ ਐਜੂਕੇਸ਼ਨ ਪ੍ਰੇਮੀਆਂ ਵੱਲੋਂ ਜਿਹੜੇ ਖੁੱਲ ਰਹੇ ਹਨ ਜਿੰਨੇ ਵੀ ਆ ਜੀ, ਤੇ ਬਹੁਤ ਮਹੱਤਵਪੂਰਨ ਆ। ਬਹੁਤ ਉਹਨਾਂ ਦਾ ਮਹਿਨਾ ਆ ਇੱਕ ਜ਼ਿੰਦਗੀ ਦੇ ਵਿੱਚ, ਹੈ ਨਾ ਜੀ। ਜੀ ਜੀ। ਤੇ ਸੋ ਇਹ ਆ ਬਈ ਪੈਸੇ ਤਾਂ ਬਾਹਰੋਂ ਇਕੱਠੇ ਕੀਤੇ ਜਾਂਦੇ ਆ ਜੀ, ਹਰ ਇੱਕ ਅਦਾਰੇ, ਹਰ ਇੱਕ ਲੋਕਾਂ ਵੱਲੋਂ। ਕੀ ਉੱਥੇ ਕਿੰਨੇ ਸਿੱਖ ਬੱਚਿਆਂ ਨੂੰ ਇਹ ਵਿੱਦਿਆ ਫ੍ਰੀ ਦਿੰਦੇ ਆ? ਬਿਲਡਿੰਗ ਬਾਹਰੋਂ ਪੈਸੇ ਇਕੱਠੇ ਕੀਤੇ ਦੇ ਨਾਲ ਬਣਾਈਆਂ ਜਾਂਦੀਆਂ ਨੇ, ਖਰਚੇ ਸਾਰੇ ਇੱਥੋਂ ਅਫੋਰਡ ਕੀਤੇ ਜਾਂਦੇ ਨੇ। ਕਿ ਕਿੰਨੇ ਬੱਚੇ ਇਹਨਾਂ ਕੋਲ ਕਿਹੜੇ-ਕਿਹੜੇ ਸਕੂਲ 'ਚ, ਕਿਹੜੇ-ਕਿਹੜੇ ਥਾਂ ਤੇ ਕਿੰਨੇ ਨੇ ਨਾ ਬੜੂ ਸਾਹਿਬ ਵਾਲਿਆਂ ਕੋਲ ਇਹ ਦੱਸਣਾ ਹੈ ਪਹਿਲਾਂ। ਬਿਲਕੁਲ ਬਿਲਕੁਲ। ਫੰਡ ਕਿੱਥੇ ਜਾ ਰਿਹਾ, ਕਿਉਂਕਿ ਫੰਡ ਮਿਸਯੂਜ਼ ਹੋ ਰਿਹਾ। ਕੋਈ ਬੱਚਾ ਗਰੀਬ। ਅਮਰੀਕ ਜੀ, ਮੈਂ ਤੁਹਾਨੂੰ ਇੱਥੇ ਰੋਕਦੀ ਹਾਂ, ਕਿਉਂਕਿ ਜਦੋਂ ਵੀ ਬੜੂ ਸਾਹਿਬ ਦੀ ਟੀਮ ਭਾਵੇਂ ਸਾਡੇ ਅਦਾਰੇ ਤੇ ਆ ਕੇ ਇਸ ਮੁੱਦੇ ਉੱਤੇ ਬੋਲਦੀ ਹੈ, ਜਾਂ ਜਦੋਂ ਇਨ ਪਰਸਨ ਵੀ ਸੇਵਾਦਾਰ ਭਾਵੇਂ ਇੰਡੀਆ ਤੋਂ ਆਉਣ, ਜਾਂ ਜਿੱਦਾਂ ਮੁਕਤਾ ਜੀ, ਜਸਪਾਲ ਜੀ ਇੱਥੇ ਵਿਚਰਦੇ ਗੁਰਦੁਆਰਿਆਂ ਦੇ ਵਿੱਚ ਸੰਗਤਾਂ ਦੇ ਨਾਲ, ਸਭ ਤੋਂ ਵੱਡਾ ਤੇ ਸਭ ਤੋਂ ਪਹਿਲਾ ਕੁਐਸਚਨ ਇਹੀ ਉੱਠਦਾ ਹੈ, ਤੇ ਇਹਦਾ ਜਵਾਬ ਵੀ ਦਿੱਤਾ ਜਾਂਦਾ ਹੈ ਡੇਟਾ ਦੇ ਨਾਲ। ਜਦੋਂ ਫੰਡਸ ਦੀ ਯੂਸੇਜ ਦੀ ਗੱਲ ਆਉਂਦੀ, ਮੁਕਤਾ ਜੀ ਇਸ ਚੀਜ਼ ਬਾਰੇ ਤੁਸੀਂ ਲਗਾਤਾਰ ਸੰਗਤਾਂ ਦੇ ਨਾਲ ਆਪ ਮਿਲ ਕੇ ਇਸ ਸਵਾਲ ਦਾ ਜਵਾਬ ਦਿੰਦੇ ਹੋ। ਇਨਫੈਕਟ ਬਾਬਾ ਜੀ ਡਾਕਟਰ ਦਵਿੰਦਰ ਸਿੰਘ ਜੀ ਵੀ ਆ ਕੇ ਜਦੋਂ ਸੰਗਤਾਂ ਦੇ ਨਾਲ ਬਹਿ ਕੇ ਗੱਲ ਕਰਦੇ ਹੈ, ਇਸ ਚੀਜ਼ 'ਤੇ ਬਹੁਤ ਵਿਚਾਰ ਇੱਕ ਟਰਾਂਸਪੈਰੈਂਟ ਤਰੀਕੇ ਦੇ ਨਾਲ ਹੁੰਦਾ ਹੈ। ਮੁਕਤਾ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਬਹੁਤ ਅੱਛਾ ਕੁਐਸਚਨ ਹੈ ਅਮਰੀਕ ਵੀਰ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਦੋਂ ਬੱਚੇ ਆਪਣੇ ਉੱਥੇ, ਵੀਰ ਜੀ ਇਸ ਟਾਈਮ ਦੇ ਉੱਤੇ 70,000 ਬੱਚਾ ਜਿਹੜਾ ਆਪਣੇ ਅਕਾਲ ਅਕੈਡਮੀਆਂ ਵਿੱਚ ਪੜ੍ਹ ਰਿਹਾ ਹੈ, ਉਹਦੇ ਵਿੱਚੋਂ ਸ਼ਮਿਤਾ ਜੀ 22,500 ਬੱਚਾ ਸਾਡਾ ਫ੍ਰੀ ਏਡਿਡ ਤੇ ਸਬਸਿਡਾਈਡ ਹੈਗਾ। ਜਿਵੇਂ ਕਿ 3 ਭੈਣ ਭਰਾ ਨੇ ਤੇ 2 ਦੀ ਫੀਸ ਜਾ ਰਹੀ ਹੈ, 1 ਦੀ ਨਹੀਂ ਜਾ ਰਹੀ, ਫ੍ਰੀ ਹੈ। ਸੋ ਅਗਰ 3 ਘਰ ਦੀਆਂ ਕੁੜੀਆਂ ਨੇ, 2 ਕੁੜੀਆਂ ਦੀ ਫੀਸ ਮਾਫ ਹੈ, 1 ਕੁੜੀ ਦੀ ਫੀਸ ਜਾ ਰਹੀ ਹੈ। ਤੇ ਸਾਡਾ ਹਰ ਸਾਲ 3000 ਬੱਚਾ ਐਵਰੀ ਈਅਰ, 3 ਤੋਂ 4000 ਬੱਚਾ ਜਿਹੜਾ ਆਪਣੇ ਪਿਛਲੇ 8 ਸਾਲਾਂ ਤੋਂ ਆਰਗੇਨਾਈਜੇਸ਼ਨ ਲੈ ਰਹੀ ਹੈ, ਤੇ ਉਹ ਐਡ ਕਰਦੇ ਕਰਦੇ ਸਾਡਾ 18,000 ਬੱਚਾ ਜਿਹੜਾ ਉਹ ਹੋ ਗਿਆ ਹੈ ਹੁਣ ਤੱਕ। ਤੇ ਹਰ ਸਾਲ ਕਿੰਡਰਗਾਰਟਨ ਤੋਂ ਬੱਚੇ ਲੈ ਰਹੇ ਆ। ਤੇ ਵੀਰ ਜੀ, ਆਪਣਾ ਇੱਕ ਪ੍ਰੋਗਰਾਮ ਚੱਲ ਰਿਹਾ ਵੇ didaday.in, ਤੁਸੀਂ ਉਹ ਵੈਬਸਾਈਟ ਤੇ ਜਾ ਕੇ ਜਰੂਰ ਦੇਖਿਓ। ਤੇ ਉਹਦੇ ਵਿੱਚ ਜਿਹੜੇ ਬੱਚੇ ਆਪਣੇ 7 ਕੈਟਾਗਰੀਜ਼ ਦੇ ਵਿੱਚ ਲੈਂਦੇ ਆ, ਜਿਹੜੇ ਕਿ ਫਾਈਨੈਂਸ਼ੀਅਲ ਚੈਲੰਜ ਫੈਮਿਲੀ ਹੁੰਦੀਆਂ ਨੇ, ਕਿ 2 ਏਕੜ ਤੋਂ ਘੱਟ ਲੈਂਡ ਏ, ਲੱਖ ਰੁਪਏ ਤੋਂ ਆਮਦਨ ਘੱਟ ਏ, ਤੇ ਘਰ ਦੇ ਜਾ ਕੇ ਹਾਲਾਤ ਟੀਮ ਜਾ ਕੇ ਦੇਖ ਲੈਂਦੀ ਹੈਗੀ ਏ। ਤੇ ਆਪਣੇ ਅਮਰੀਕਾ ਤੋਂ ਵੀਰ ਜੀ ਜਿਹੜੇ ਬੱਚੇ ਸਪਾਂਸਰ ਹੋਏ ਪਏ ਨੇ, ਤੇ ਉਹ ਈਵਨ ਕਿ ਡੋਨਰ ਜਿਹੜੇ ਨੇ ਉਹ ਇੰਡੀਆ ਜਾ ਕੇ ਬੱਚਿਆਂ ਨੂੰ ਮਿਲਦੇ ਨੇ, ਪਰਿਵਾਰ ਵਿੱਚ ਜਾਂਦੇ ਨੇ, ਤੇ ਪੂਰਾ ਫੰਡ ਜਿਹੜਾ ਵੇ ਬਿਲਡਿੰਗਸ ਬਣ ਰਹੀਆਂ, ਬਿਲਡਿੰਗਸ ਦੇ ਅੰਦਰ ਜਿਹੜੇ ਬੱਚੇ ਪੜ ਰਹੇ ਨੇ। ਤੇ ਪਿੰਡਾਂ ਦੇ ਵਿੱਚ ਵੀ 100% ਸਾਰਾ ਪਿੰਡ ਜਿਹੜਾ ਫਾਈਨੈਂਸ਼ੀਅਲੀ ਨਹੀਂ ਸਟਰੋਂਗ ਹੈਗਾ, ਜਿਹੜੇ ਫੀਸ ਦੇ ਸਕਦੇ ਨੇ ਉਹ ਫੀਸ ਦਿੰਦੇ ਨੇ।
ਜਿਹੜੇ ਫੀਸ ਨਹੀਂ ਦੇ ਸਕਦੇ ਉਹ ਉੱਥੇ ਅਪਲਾਈ ਕਰਦੇ ਨੇ, ਐਪਲੀਕੇਸ਼ਨ ਭੇਜਦੇ ਨੇ ਤੇ ਉਸ ਐਪਲੀਕੇਸ਼ਨ ਦਾ ਜੋ ਡੇਟਾ ਪ੍ਰੋਵਾਈਡ ਕੀਤਾ ਜਾਂਦਾ ਪੈਰੈਂਟਸ ਵੱਲੋਂ ਉਹਨੂੰ ਵੈਰੀਫਾਈ ਕਰਕੇ ਉਹਨਾਂ ਬੱਚਿਆਂ ਨੂੰ ਆਪਣੇ ਸਕੂਲਾਂ ਦੇ ਵਿੱਚ ਦਾਖਲਾ ਦੇ ਦਿੱਤਾ ਜਾਂਦਾ ਵੇ। ਸੋ ਇਹ ਬੜੀ ਕਲੈਰਿਟੀ ਹੈਗੀ ਹੈ ਕਿ ਆਪਣੇ ਸਕੂਲਾਂ ਦੇ ਵਿੱਚ ਬੱਚੇ ਫ੍ਰੀ ਪੜ੍ਹ ਰਹੇ ਨੇ। ਅਗਰ ਵੀਰ ਜੀ ਨੂੰ ਕੋਈ ਵੀ ਡੇਟਾ ਚਾਹੀਦਾ ਹੈ ਤੇ ਆਪਾਂ ਪ੍ਰੋਵਾਈਡ ਕਰ ਸਕਦੇ ਹਾਂ। ਕੋਈ ਵੀ ਇੱਕ ਈਮੇਲ ਹੀ ਕਰਨਾ ਹੈ, ਉਹ ਇੰਡੀਆ ਤੋਂ ਕਾਲ ਕਰਕੇ ਵੈਰੀਫਾਈ ਕਰ ਸਕਦੇ ਨੇ। ਵੈਰੀ ਵੈਰੀ ਸਿੰਪਲ ਹੈ ਨਾ। ਤਾਂ ਜੀ ਤੁਸੀਂ ਇਸ ਚੀਜ਼ ਦਾ ਵੀ ਜਵਾਬ ਦਿੱਤਾ ਹੈ। ਐਂਡ ਜਸਪਾਲ ਜੀ, ਮੈਂ ਤੁਹਾਡੇ ਤੋਂ ਥੋੜ੍ਹੇ ਜਿਹੇ ਵਿਚਾਰ ਸੁਣਨਾ ਚਾਹਾਂਗੀ। ਤੁਸੀਂ ਆਰਕੀਟੈਕਟ ਦੇ ਤੌਰ 'ਤੇ ਕੰਮ ਕਰਦੇ ਹੋ, ਲਗਾਤਾਰ ਤੁਹਾਡੇ ਇੰਡੀਆ ਟ੍ਰਿਪ ਲੱਗਦੇ ਹੈ, ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਾ ਰਹੇ ਹੋ। ਜਦੋਂ ਸੇਵਾ ਦੀ ਗੱਲ ਆਉਂਦੀ ਹੈ, ਤੁਸੀਂ ਸੰਸਥਾ ਦੇ ਵਿੱਚ ਆਪਣੀ ਸੇਵਾ ਵੱਧ ਚੜ੍ਹ ਕੇ ਨਿਭਾ ਰਹੇ ਹੋ। ਜਸਪਾਲ ਜੀ, ਜਦੋਂ ਬਿਲਡਿੰਗ ਦੀ ਕੰਸਟਰਕਸ਼ਨ ਦੀ ਜਾਂ ਇਹੋ ਜਿਹੇ ਸਵਾਲ ਉੱਠਦੇ ਹੈ, ਤੁਸੀਂ ਆਪ ਅੱਖੋਂ ਵੇਖਿਆ ਕਿ ਕਿਸ ਤਰ੍ਹਾਂ ਫੰਡਸ ਯੂਜ਼ ਹੁੰਦੇ ਹੈ। ਇਨਫੈਕਟ ਮੈਂ ਵੀ ਵੇਖਿਆ ਕਿ ਬਿਲਡਿੰਗਸ ਜਿੱਥੇ ਤੇ ਮੈਂ ਐਟਲੀਸਟ ਗਈ ਹਿਮਾਚਲ ਦੇ ਵਿੱਚ, ਮੈਨੂੰ ਜਦੋਂ ਵਿਜ਼ਿਟ ਕਰਨ ਦਾ ਮੌਕਾ ਮਿਲਿਆ, ਕੋਈ ਉਹਦੇ ਵਿੱਚ ਐਕਸੈਸਿਵਨੈਸ ਨਹੀਂ, ਕੋਈ ਜਿੱਦਾਂ ਕਹਿੰਦੇ ਨਾ ਐਕਸਟਰਾ ਨਹੀਂ, ਸਿੰਪਲ ਬਿਲਡਿੰਗਸ ਹੈਗੀਆਂ ਤਾਂ ਕਿ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਯੂਸੇਜ ਹੋਏ। ਜਸਪਾਲ ਜੀ, ਤੁਸੀਂ ਬਿਲਡਿੰਗਸ ਜਿਸ ਤਰ੍ਹਾਂ ਬਣਦੀਆਂ ਉਹਦੇ ਬਾਰੇ ਕੀ ਕਹਿ ਸਕਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅਸ਼ਮਿਤਾ ਜੀ, ਮੈਂ ਆਫ ਕੋਰਸ ਅਮਰੀਕਾ ਦੇ ਵਿੱਚ ਤਾਂ ਬਹੁਤ ਦੇਰ ਤੋਂ ਕੰਮ ਕਰਦਾ, ਐਜ਼ ਏ ਆਰਕੀਟੈਕਟ ਵੀ, ਐਜ਼ ਏ ਜਨਰਲ ਕੰਟਰੈਕਟਰ ਵੀ, ਤੇ ਕਈ ਗੁਰੂ ਘਰਾਂ ਦੀ ਸੇਵਾ ਵੀ ਮਹਾਰਾਜ ਨੇ ਮੈਥੋਂ ਲਈ ਹੈ। ਇੱਥੇ ਸੈਕਰਾਮੈਂਟੋ, ਬਰਾੜ ਸ਼ਾਹ ਗੁਰੂ ਘਰ ਦੀ, ਦਸ਼ਮੇਸ਼ ਦਰਬਾਰ ਗੁਰੂ ਘਰ ਦੀ, ਸਾਰੇ ਤੇ ਕਈ ਗੁਰੂ ਘਰਾਂ ਦੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ। ਰੋਜ਼ਵੁੱਡ ਗੁਰੂ ਘਰ ਵੀ ਮੈਨੂੰ ਡਿਜ਼ਾਈਨ ਕਰਨ ਦਾ ਮੌਕਾ ਮਿਲਿਆ। ਸੋ ਹੋਰ ਵੀ ਬੜੇ, ਬਟ ਮੈਂ ਬੜਾ ਹੈਰਾਨ ਹੁੰਦਾ ਜਦੋਂ ਇੰਡੀਆ ਜਾ ਕੇ ਦੇਖਦਾ ਉੱਥੇ ਗੁਰੂ ਸਾਹਿਬ ਦੀ ਜਿਹੜੀ ਆਰਗੇਨਾਈਜੇਸ਼ਨ ਹੈ, ਕਿੰਨਾ ਮਤਲਬ ਇਫੈਕਟਿਵਲੀ, ਕਿੰਨਾ ਐਫੀਸ਼ੀਐਂਟਲੀ, ਕਿੰਨੇ ਮੈਨੇਜਮੈਂਟ ਦੇ ਤਰੀਕੇ ਦੇ ਨਾਲ ਉਹ ਕੰਮ ਕਰਦੇ ਨੇ ਉੱਥੇ। ਤੁਸੀਂ ਹੈਰਾਨ ਹੋਵੋਗੇ ਵੀ 6 ਲੱਖ ਸਕੁਅਰ ਫੁੱਟ ਬਿਲਡਿੰਗ ਗੁਰੂ ਕਾਸ਼ੀ ਦੀ ਜਿਹੜੀ ਯੂਨੀਵਰਸਿਟੀ ਬਣੀ ਸੀ, ਐਂਡ 18 ਮਹੀਨਿਆਂ ਦੇ ਵਿੱਚ ਉਹਨਾਂ ਨੇ ਕੰਪਲੀਟ ਕੀਤੀ ਉਹ 6 ਲੱਖ ਸਕੁਅਰ ਫੁੱਟ। ਬਿਕੋਜ਼ ਉਹਨਾਂ ਦੇ ਉੱਤੇ ਬਹੁਤ ਪ੍ਰੈਸ਼ਰ ਸੀ ਇਸ ਚੀਜ਼ ਦਾ ਵੀ ਅਸੀਂ, ਬਾਬਾ ਜੀ ਵੀ ਕਹਿੰਦੇ ਸੀ ਅਸੀਂ ਜਲਦੀ ਤੋਂ ਜਲਦੀ ਯੂਨੀਵਰਸਿਟੀ ਜਿਹੜੀ ਹੈਗੀ ਸ਼ੁਰੂ ਕਰਨੀ ਹੈ। 2015 ਦੇ ਵਿੱਚ ਜੂਨ ਜੁਲਾਈ ਦੇ ਵਿੱਚ ਯੂਨੀਵਰਸਿਟੀ ਜਿਹੜੀ ਹੈਗੀ ਆ ਉਹ ਬਣ ਕੇ ਤਿਆਰ ਹੋ ਗਈ ਸੀ। ਜੁਲਾਈ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਹੋ ਗਈਆਂ ਸੀ, ਔਰ 14 ਦੇ ਵਿੱਚ ਬਾਬਾ ਜੀ ਦਸੰਬਰ ਦੇ ਵਿੱਚ ਇੱਥੇ ਫੰਡ ਰੇਜ਼ ਕਰ ਰਹੇ ਸੀ। ਸੋ ਮਤਲਬ ਯੂਨੀਵਰਸਿਟੀ ਦਾ ਕੰਮ ਆਦਿ ਉਦੋਂ ਸ਼ੁਰੂ ਹੋ ਚੁੱਕਿਆ ਸੀ ਜਦੋਂ ਬਾਬਾ ਜੀ ਇੱਥੇ ਆਏ ਸੀ, ਬਾਬਾ ਕਵਾਲ ਸਿੰਘ ਜੀ ਕੰਮ ਕਰਨ, ਮਤਲਬ ਕਿ ਫੰਡ ਰੇਜ਼ ਕਰਨ ਵਾਸਤੇ ਯੂਨੀਵਰਸਿਟੀ ਵਾਸਤੇ। ਬਟ ਜਿੰਨੀ ਉੱਥੇ ਕੰਸਟਰਕਸ਼ਨ ਹੋਈ ਹੈ ਸਕੂਲਾਂ ਦੀ, ਮਤਲਬ ਇੱਕ ਬੜੂ ਸਾਹਿਬ ਦਾ ਸਕੂਲ ਤੇ ਇੱਕ ਮੁਕਤਸਰ ਸਾਹਿਬ ਦਾ ਸਕੂਲ ਛੱਡ ਕੇ ਬਾਕੀ ਜਿਹੜੇ ਸਾਰੇ ਸਕੂਲ ਉਹ ਪਿੰਡਾਂ ਦੇ ਵਿੱਚ ਨੇ। 129 ਸਕੂਲ ਜਿਹੜੇ ਹੈਗੇ ਨੇ ਉਹ ਹੁਣ ਤੱਕ ਕੰਸਟਰਕਟ ਹੋ ਚੁੱਕੇ ਨੇ, ਮਤਲਬ ਕਿ ਜਿਹੜੇ ਵੱਖਰੀ ਸਟੇਜ ਤੇ ਪਹੁੰਚੇ ਹੋਏ ਨੇ, ਜਿਨ੍ਹਾਂ ਦੇ ਵਿੱਚ ਮੁਕਤਾ ਜੀ ਨੇ ਦੱਸਿਆ ਵੀ 70,000 ਬੱਚਾ ਜਿਹੜਾ ਹੈਗਾ ਉਹ ਪੜ੍ਹ ਰਿਹਾ। ਸੋ ਬੜੀ ਮਤਲਬ ਮੋਰ ਦੈਨ, ਮੇਰਾ ਖਿਆਲ ਹੈ ਵੀ 48 ਲੱਖ ਸਕੁਅਰ ਫੁੱਟ ਮੈਂ ਪਿੱਛੇ ਜੇ ਡਾਟਾ ਇਕੱਠਾ ਕੀਤਾ ਸੀ, ਸਕੂਲਾਂ ਦੀ ਕੰਸਟਰਕਸ਼ਨ ਜਿਹੜੀ ਹੋਈ ਹੈ 48 ਲੱਖ ਸਕੁਅਰ ਫੁੱਟ ਟੋਟਲ ਏਰੀਆ ਬਣ ਜਾਂਦਾ ਉਹਦਾ, ਜਿੱਦਾਂ ਜਿੰਨੀ ਕੰਸਟਰਕਸ਼ਨ ਹੋਈ ਹੈ ਉੱਥੇ ਜੀ। ਔਰ ਇਹ ਸੰਗਤਾਂ ਦਾ ਕਹਿ ਲਓ ਵੀ ਸਹਿਯੋਗ ਬਾਬਾ ਕਵਾਲ ਸਿੰਘ ਜੀ ਨੂੰ ਮਿਲਿਆ। ਅਮਰੀਕਾ ਤੋਂ, ਇੰਗਲੈਂਡ ਤੋਂ, ਆਸਟ੍ਰੇਲੀਆ ਤੋਂ, ਕੈਨੇਡਾ ਤੋਂ, ਸਭ ਜਗ੍ਹਾ ਤੋਂ ਹੀ, ਆਫਕੋਰਸ ਜਿਹਨੂੰ ਜੇ ਇੰਡੀਆ ਤੋਂ ਵੀ ਬਹੁਤ ਸਾਰੇ, ਬੰਬੇ ਤੋਂ, ਜਿਹਨੂੰ ਦਿੱਲੀ ਤੋਂ, ਸਭ ਜਗ੍ਹਾ ਤੋਂ। ਔਰ ਇਹ ਜਿਹੜੀ ਸੰਸਥਾ ਸੀਗੀ ਇਹ ਮਾਡਲ ਲੈ ਕੇ ਚੱਲੀ ਸੀ ਕਿ ਜਿੰਨੇ ਵੀ ਫੰਡਸ ਆਉਣੇ ਨੇ ਅਸੀਂ ਉਹਨਾਂ ਦੇ ਨਾਲ ਮਤਲਬ ਕਿ ਇਨਫਰਾਸਟਰਕਚਰ ਡਿਵੈਲਪ ਕਰਨਾ ਜੀ। ਔਰ ਜਿਹੜੇ ਸਾਡੇ ਡੇ ਟੂ ਡੇ ਸਾਡੇ ਐਕਸਪੈਂਸਿਸ ਹੈ ਉਹ ਅਸੀਂ ਫੀਸਾਂ ਦੇ ਬੇਸ ਦੇ ਉੱਤੇ ਚਲਾਉਣੇ ਨੇ ਜੀ। ਸੋ ਇਸੇ ਕਰਕੇ ਜਿਹੜੀ ਹੈਗੀ ਹੈ ਬਹੁਤ ਮਿਨੀਮਮ ਫੀਸ ਜਿਹੜੀ ਰੱਖੀ ਗਈ ਹੈ ਸਕੂਲਾਂ ਦੇ ਵਿੱਚ। ਐਂਡ ਯੂ نو ਜਦੋਂ ਫੀਸਾਂ ਦੀ ਵੀ ਗੱਲ ਆਉਂਦੀ ਹੈ, ਜਿਸ ਤਰ੍ਹਾਂ ਮੁਕਤਾ ਜੀ ਤੁਸੀਂ ਬਹੁਤ ਸਿੰਪਲ ਤਰੀਕੇ ਨਾਲ ਐਕਸਪਲੇਨ ਕੀਤਾ ਕਿਨ ਬੱਚਿਆਂ ਨੂੰ ਫੀਸਿਸ ਦੇਣੀਆਂ ਪੈਂਦੀਆਂ ਐਂਡ ਕਿੰਨੇ ਬੱਚਿਆਂ ਨੂੰ ਕੋਈ ਫੀਸ ਨਹੀਂ ਦੇਣੀ ਪੈਂਦੀ। ਇੱਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ, ਖਾਸ ਕਰਕੇ ਕੋਵਿਡ ਦੇ ਟਾਈਮ ਦੇ ਵਿੱਚ ਜਦੋਂ ਵੱਡੀ ਕਾਰਪੋਰੇਸ਼ਨਸ ਆਪ ਦੇ EMPLOYEES ਨੂੰ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੇ ਆਫ ਫਾਇਰ ਕਰ ਰਹੇ ਸੀ, ਬੜੂ ਸਾਹਿਬ ਸੰਸਥਾ ਨੇ ਆਪ ਦੇ EMPLOYEES ਨੂੰ, ਟੀਚਰਸ ਨੂੰ, ਜੇ ਪਿੰਡਾਂ ਦੇ ਵਿੱਚ ਔਰਤਾਂ ਜੋ ਸਕੂਲ ਟੀਚਰਸ ਹੈਗੀਆਂ, ਜੋ ਬਾਕੀ ਸਟਾਫ ਫੈਕਲਟੀ ਮੈਂਬਰਸ ਜੁੜੇ ਹਨ ਸੰਸਥਾ ਦੇ ਨਾਲ, ਉਹਨਾਂ ਨੂੰ
ਸਸਟੇਨ ਕੀਤਾ, ਸਪੋਰਟ ਕੀਤਾ, ਉਹਨਾਂ ਨੂੰ ਛੱਡਿਆ ਨਹੀਂ ਔਖੇ ਸਮੇਂ ਦੇ ਵਿੱਚ ਵੀ, ਤੇ ਉਹਨਾਂ ਦੀ ਤਨਖਾਹਾਂ ਵੀ ਗਈਆਂ। ਸੋ ਇਹ ਸਾਰੇ ਖਰਚੇ, ਇੰਨੀ ਵੱਡੀ ਸੰਸਥਾ, ਇੰਨੇ ਜ਼ਿਆਦਾ ਲੋਕੀ ਜੁੜੇ ਹੋਏ ਹੈ ਜੋ ਤਾਂ ਸੇਵਾ ਕਰ ਸਕਦੇ, ਉਹ ਤਾਂ ਸੇਵਾ ਦੇ ਤੌਰ ਤੇ ਜੁੜੇ ਹੋਏ, ਬਟ ਜਿਨ੍ਹਾਂ ਦੇ ਖਰਚੇ ਚੱਲਦੇ ਹੈ ਖਾਸ ਕਰਕੇ ਉਨ ਪਿੰਡਾਂ ਦੇ ਵਿੱਚ ਜਿੱਥੇ ਜ਼ਿਆਦਾ ਇੰਪਲੋਇਮੈਂਟ ਜਾਂ ਜਿੱਦਾਂ ਕਹਿੰਦੇ ਨਾ ਬੇਰੁਜ਼ਗਾਰੀ ਦੇ ਕਿੰਨੇ ਸਮੱਸਿਆ ਆਲਰੇਡੀ ਹੈਗੇ, ਉੱਥੇ ਵੀ ਇਹ ਸੰਸਥਾ ਸਪੋਰਟ ਕਰੀਏ। ਆਈ ਵਾਂਟ ਟੂ ਕੀਪ ਟਾਕਿੰਗ ਅਬਾਊਟ ਦਿਸ। ਇੱਕ ਹੋਰ ਬ੍ਰੇਕ ਦਾ ਇੱਥੇ ਸਮਾਂ ਆ ਗਿਆ। ਪਲੀਜ਼ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਵਿਊਅਰਸ ਤੁਸੀਂ ਵੀ ਜੁੜੇ ਰਹੋ, ਤੁਸੀਂ ਵੀ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਹੋ। ਲਾਈਵ ਤੁਹਾਡੇ ਨਾਲ ਹਾਜ਼ਰ ਹੋਏ ਹਾਂ, ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਏ ਹਾਂ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਲਾਈਵ। ਤੁਹਾਡੇ ਨਾਲ ਅੱਜ ਜੁੜੇ ਹਾਂ ਤੇ ਸਾਡੇ ਗੈਸਟ ਵੀ ਲਾਈਵ ਪ੍ਰੋਗਰਾਮ ਦੇ ਵਿੱਚ ਮੌਜੂਦ ਹਨ। ਰਵੀਦੀਪ ਕੌਰ ਮੁਕਤਾ ਜੀ, ਜਸਪਾਲ ਸਿੰਘ ਜੀ। ਅਸੀਂ ਬੜੂ ਸਾਹਿਬ ਕਲਗੀਧਰ ਟਰੱਸਟ ਸੰਸਥਾ ਬਾਰੇ ਗੱਲ ਕਰ ਰਹੇ ਸੀ ਐਂਡ ਕਾਲਰ ਨੇ ਜੋ ਸਵਾਲ ਰੱਖਿਆ ਉਹਦਾ ਮੁਕਤਾ ਜੀ, ਤੁਸੀਂ ਜਸਪਾਲ ਜੀ ਬਹੁਤ ਸਿੰਪਲ ਆਨਸਰ ਦਿੱਤਾ। ਐਟ ਦੀ ਐਂਡ ਆਫ ਦ ਡੇ ਜੋ ਖਰਚਿਆਂ ਦੀ ਗੱਲ ਆਉਂਦੀ ਹੈ, ਕੋਈ ਵੀ ਨਾਨ ਪ੍ਰੋਫਿਟ ਸੰਸਥਾ ਆਨਸਰੇਬਲ ਹੁੰਦੀ ਹੈ ਉਨ ਸੰਗਤਾਂ ਨੂੰ, ਉਨ ਕਮਿਊਨਿਟੀ ਮੈਂਬਰਸ ਨੂੰ ਜਿਨ੍ਹਾਂ ਦੇ ਕਰਕੇ ਉਹਨਾਂ ਨੂੰ ਸਹਿਯੋਗ ਮਿਲਦਾ ਹੈ, ਉਹਨਾਂ ਨੂੰ ਸਪੋਰਟ ਮਿਲਦੀ ਹੈ। ਸੋ ਆਮ ਗਲੈਡ ਕਿ ਤੁਸੀਂ ਇਸ ਚੀਜ਼ ਦਾ ਜਵਾਬ ਦਿੱਤਾ। ਬਟ ਇਹ ਚੀਜ਼ ਤਾਂ ਅਕਸਰ ਡਿਸਕਸ ਹੁੰਦੀ ਹੈ ਐਂਡ ਇਹੋ ਜਿਹੇ ਡਿਸਕਸ਼ਨਸ ਲਈ ਕਿ ਕੀ ਪ੍ਰੋਗਰੈਸ ਹੋ ਰਿਹਾ ਹੈ, ਕੀ ਅਪਡੇਟਸ ਹਨ ਸੰਸਥਾ ਦੇ ਕੰਮ ਦੇ ਵਿੱਚ, ਕੀ ਆਉਣ ਵਾਲੇ ਸਮੇਂ ਦੇ ਗੋਲਸ ਹੈਗੇ ਜਾਂ ਕਿਨ ਚੀਜ਼ਾਂ 'ਤੇ ਫੋਕਸ ਹੋ ਰਿਹਾ। ਜਿਸ ਤਰ੍ਹਾਂ ਫਲੱਡਸ ਆਏ ਸੀ ਪਿਛਲੇ ਸਮੇਂ ਦੇ ਵਿੱਚ, ਜਿਹਦੇ ਕਰਕੇ ਕਾਫੀ ਸਪੋਰਟ ਦੀ ਲੋੜ ਸੀਗੀ ਸਕੂਲਾਂ ਦੇ ਵਿੱਚ। ਇਹੋ ਜਿਹੀ ਕਾਰਨਾਂ ਕਰਕੇ ਲੀਡਰਸ਼ਿਪ ਅਤੇ ਇੰਡੀਆ ਤੋਂ ਸੇਵਾਦਾਰ ਇੱਥੇ ਆਉਂਦੇ ਹੈ ਅਤੇ ਦਸੰਬਰ ਦੇ ਵਿੱਚ ਬਾਬਾ ਜੀ ਡਾਕਟਰ ਦਵਿੰਦਰ ਸਿੰਘ ਜੀ ਆ ਰਹੇ ਹੈ ਸੰਗਤਾਂ ਦੇ ਨਾਲ ਮਿਲਣ ਲਈ 1-on-1। ਵੱਡੇ ਕੁਝ ਇਵੈਂਟਸ ਵੀ ਹੋ ਰਹੇ ਹੈ ਜਿਨ੍ਹਾਂ ਦੇ ਵਿੱਚ ਖੁੱਲ੍ਹਾ ਸੱਦਾ ਇਨਵੀਟੇਸ਼ਨ ਹੈ, ਜਿੱਦਾਂ ਕੈਂਟ ਇਵੈਂਟ ਸੈਂਟਰ ਦੇ ਬਾਰੇ ਤੁਸੀਂ ਦੱਸ ਰਹੇ ਸੀ, ਜੋ ਕਿ ਦਸੰਬਰ 4 ਤਰੀਕ ਨੂੰ ਸੰਡੇ ਨੂੰ ਹੋ ਰਿਹਾ ਹੈ ਸ਼ਾਮੀ 5 ਵਜੇ। ਉੱਥੇ ਲੋਕੀ ਵੱਡੀ ਗਿਣਤੀ ਦੇ ਵਿੱਚ ਜ਼ਰੂਰ ਪਹੁੰਚਣ, ਸਾਰੇ ਸਵਾਲ ਉਹ ਰੱਖ ਸਕਦੇ ਹੈ। ਬਟ ਕੁਝ ਹੋਰ ਇੰਟੀਮੇਟ ਅਸੀਂ ਕਹਿ ਸਕਦੇ ਹਾਂ ਛੋਟੀ ਇਵੈਂਟਸ ਵੀ ਹੋ ਰਹੀਆਂ, ਲੋਕੀ ਆਪ ਦੇ ਪਰਸਨਲ ਹੋਮਸ ਦੇ ਵਿੱਚ ਬਾਬਾ ਜੀ ਨੂੰ ਹੋਸਟ ਕਰ ਰਹੇ ਹੈ, ਆਪਣੇ ਕਮਿਊਨਿਟੀ ਮੈਂਬਰਸ ਨੂੰ ਇਨਵਾਈਟ ਕਰ ਰਹੇ। ਮੁਕਤਾ ਜੀ, ਮੈਂ ਚਾਹਾਂਗੀ ਤੁਸੀਂ ਥੋੜ੍ਹਾ ਜਿਹਾ ਹੋਰ ਇਸ ਟੂਰ ਬਾਰੇ ਦੱਸੋ। ਆਈ ਨੋ ਕਾਫੀ ਸਾਰੀ ਡੇਟਸ ਤੁਹਾਡੀ ਐਡ ਹੋਈਆਂ, ਆਈ ਮੀਨ ਇਟਸ ਸੋ ਪੈਕਡ। ਸਕਰੀਨ 'ਤੇ ਅਸੀਂ ਇੱਕ ਵਾਰੀ ਫਿਰ ਟੂਰ ਦੀ ਡੇਟਸ ਵੀ ਦਿਖਾ ਸਕਦੇ ਹਾਂ। ਮੁਕਤਾ ਜੀ, ਪਹਿਲਾ ਹਫਤਾ ਤੁਸੀਂ ਦੱਸ ਦਿੱਤਾ ਕੈਂਟ ਇਵੈਂਟ ਸੈਂਟਰ ਤੱਕ, ਉਸ ਤੋਂ ਬਾਅਦ ਕੀ ਵੱਡੀ ਚੀਜ਼ਾਂ ਇਸ ਟੂਰ ਦੇ ਵਿੱਚ ਤੁਸੀਂ ਸ਼ੇਅਰ ਕਰਨਾ ਚਾਹੋਗੇ? ਅਸੀਂ ਫਿਰ ਉਸ ਤੋਂ ਬਾਅਦ ਮੰਡੇ ਜਿਹੜਾ ਹੈਗਾ ਵੇ ਦਸੰਬਰ 5th ਉਹ ਅਸੀਂ ਪੋਰਟਲੈਂਡ ਹੋਣਾ ਵੇ, ਤੇ ਦਸੰਬਰ 6th ਜਿਹੜਾ ਰੈਡਿੰਗ ਕੈਲੀਫੋਰਨੀਆ ਹੋਣਾ, ਤੇ ਦਸੰਬਰ 7th ਜਿਹੜਾ ਹੈਗਾ ਵੇ ਉਹ ਅਸੀਂ ਹੋਣਾ ਵੇ ਇੱਧਰ ਯੂਬਾ ਸਿਟੀ, ਤੇ ਦਸੰਬਰ 8th 9th 10th ਤੇ 11th ਜਿਹੜਾ ਉਹ ਸੈਕਰਾਮੈਂਟੋ ਕੈਲੀਫੋਰਨੀਆ ਹੋਣਾ। ਉਹਦੇ ਵਿੱਚ ਆਪਣੇ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਹੈਗਾ, ਤੇ ਉੱਥੇ ਸ਼ਾਮੀ ਆਪਣਾ 7 ਵਜੇ ਫਰਾਈਡੇ ਸ਼ਾਮ ਦਾ ਜਿਹੜਾ ਉੱਥੇ ਪ੍ਰੋਗਰਾਮ ਦੀਵਾਨ ਹੈਗਾ, ਉੱਥੇ ਬਾਬਾ ਜੀ ਨੇ ਜਾਣਾ ਹੈਗਾ। ਤੇ ਫਿਰ ਸੰਡੇ ਨੂੰ ਜਿਹੜਾ ਹੈਗਾ ਰੋਜ਼ਵਿਲ ਗੁਰੂ ਘਰ ਹੈਗਾ ਵੇ ਸ਼੍ਰੀ ਸੱਚਖੰਡ ਦਰਬਾਰ, ਸੰਡੇ ਸਵੇਰੇ 11:30 ਵਜੇ ਬਾਬਾ ਜੀ ਉਸ ਗੁਰੂ ਘਰ ਦੇ ਵਿੱਚ ਸੰਗਤਾਂ ਦੇ ਰੂਬਰੂ ਹੋਣਗੇ। ਫਿਰ ਉਸ ਤੋਂ ਬਾਅਦ ਦਸੰਬਰ 12th ਤੇ ਦਸੰਬਰ 13th ਜਿਹੜਾ ਉਹ ਅਸੀਂ ਟ੍ਰੇਸੀ ਕੈਲੀਫੋਰਨੀਆ, ਮੋਡੈਸਟੋ ਤੇ ਲਿਵਰਮੋਰ ਤੇ ਓਕਲੈਂਡ, ਸੋ ਇਹ ਸਾਰੀ ਜਗ੍ਹਾ ਤੇ ਅਸੀਂ ਜਾਣਾ ਹੈ। ਬੇਸਿਕਲੀ ਬੇ ਏਰੀਆ ਜਿਹੜਾ ਵੇ ਉਹ ਕਵਰ ਕਰਨਾ ਹੈ। ਤੇ ਉੱਥੇ ਡਾਕਟਰ ਬੇਨੀਵਾਲ ਨੇ, ਉਹਨਾਂ ਨੇ ਵੀ ਆਪਣੇ ਘਰ ਵੀ ਇੱਕ ਪ੍ਰੋਗਰਾਮ ਰੱਖਿਆ ਹੈਗਾ ਵੇ, ਤੇ ਉੱਥੇ ਸੰਗਤਾਂ ਨੇ ਆ ਕੇ ਬਾਬਾ ਜੀ ਨੂੰ ਮਿਲਣਾ ਹੈਗਾ ਵੇ। ਤੇ ਫਿਰ 14th ਜਿਹੜਾ ਦਸੰਬਰ ਹੈ ਫ੍ਰਿਜ਼ਨੋ ਦੇ ਵਿੱਚ ਬਾਬਾ ਜੀ ਨੇ ਹੋਣਾ ਹੈ। ਉੱਥੇ ਚਰਨਜੀਤ ਸਿੰਘ ਬਾਟ ਜੀ ਹੈਗੇ ਨੇ, ਉਹਨਾਂ ਵੱਲ ਵੀ ਸ਼ਾਮੀ 5 ਵਜੇ ਜਾਣਾ। ਉੱਥੇ ਖਾਸ ਮੁਲਾਕਾਤ ਪ੍ਰੋਗਰਾਮ ਵੀ ਆਪਾਂ ਉੱਥੇ ਸੰਗਤਾਂ ਨਾਲ ਮਿਲ ਕੇ ਗੱਲਬਾਤ ਹੋਣੀ ਹੈ। ਫਿਰ 15th ਦਸੰਬਰ ਨੂੰ ਜਿਹੜਾ ਹੈਗਾ ਗੁਰਦੀਪ ਸਿੰਘ ਮਲਿਕ ਅੰਕਲ ਹੈਗੇ ਨੇ, ਉਹਨਾਂ ਦੇ ਘਰ ਸ਼ਾਮੀ 5 ਵਜੇ ਪ੍ਰੋਗਰਾਮ ਰੱਖਿਆ। ਬੇਸਿਕਲੀ ਸਵੇਰੇ ਹੀ ਬਾਬਾ ਜੀ ਨੇ ਉਹਨਾਂ ਦੇ ਘਰ ਪਹੁੰਚ ਜਾਣਾ 10 ਵਜੇ, ਤੇ ਫਿਰ ਸੰਗਤਾਂ ਨੇ ਉੱਥੇ ਆ ਕੇ ਸਭ ਨੇ ਗੱਲਬਾਤ ਕਰਨੀ ਜਿਨ੍ਹਾਂ ਨੇ ਵੀ ਮਿਲਣਾ ਹੈ। 16th ਤੇ 17th ਜਿਹੜਾ ਲਾਸ ਵੇਗਸ
ਆਪਣੇ ਬਾਬਾ ਦੀਪ ਸਿੰਘ ਜੀ ਗੁਰੂ ਘਰ ਏ, ਤੇ ਦੂਸਰੇ ਦਿਨ ਦੂਸਰਾ ਗੁਰੂ ਘਰ ਏ ਸ਼ਾਮੀ, ਉੱਥੇ ਸੰਗਤਾਂ ਨੇ ਇਕੱਠੇ ਹੋਣਾ ਹੈ। ਤੇ ਫਿਰ ਸੰਡੇ ਜਿਹੜਾ 18 ਦਸੰਬਰ ਹੈ ਨਿਊ ਮੈਕਸੀਕੋ ਗੁਰੂ ਘਰ ਦੇ ਵਿੱਚ ਬਾਬਾ ਜੀ ਨੇ ਉੱਥੇ ਹਾਜ਼ਰੀ ਭਰਨੀ ਹੈ। ਤੇ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਆਰਕੈਂਸਸ ਹੈਗਾ ਵੇ, ਜਿਹੜਾ 19th ਐਂਡ 20th ਜਿਹੜਾ ਹੈ ਰੋਜਰਸ ਆਰਕੈਂਸਸ, ਉੱਥੇ ਸੋਹਣ ਸਿੰਘ ਥਿੰਦ ਵੀਰ ਜੀ ਹੈਗੇ ਨੇ, ਤੇ ਉਹ ਸਾਰਾ ਪ੍ਰੋਗਰਾਮ ਜਿਹੜਾ ਹੈ ਪੂਰੀ ਵਿਜ਼ਿਟ ਬਾਬਾ ਜੀ ਦੀ ਉਹ ਹੋਸਟ ਕਰ ਰਹੇ ਨੇ। ਤੇ ਉੱਥੇ ਗੁਰੂ ਘਰ ਦੇ ਵਿੱਚ ਵੀ 20th ਦਸੰਬਰ ਨੂੰ ਇੱਕੋ ਗੁਰੂ ਘਰ ਹੈਗਾ ਉੱਥੇ ਪ੍ਰੋਗਰਾਮ ਰੱਖਿਆ ਹੈ। ਫਿਰ 21st ਐਂਡ 22nd ਸਾਡਾ ਸ਼ਹਿਰ ਡੈਲਸ ਦੇ ਵਿੱਚ ਪ੍ਰੋਗਰਾਮ ਰੱਖਿਆ ਹੈਗਾ। ਸੋ 21st ਨੂੰ ਰਿਚਰਡਸਨ ਗੁਰੂ ਘਰ ਜਿਹੜਾ ਹੈਗਾ ਵੇ ਸਿੰਘ ਸਭਾ ਗੁਰਦੁਆਰਾ ਸਾਹਿਬ, ਉੱਥੇ ਪ੍ਰੋਗਰਾਮ ਰੱਖਿਆ। ਉੱਥੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਗੁਰਪੁਰਬ ਵੀ ਮਨਾ ਰਹੇ ਨੇ, ਤੇ ਉੱਥੇ ਬਾਬਾ ਜੀ ਨੇ ਆਣਾ 21 ਦਸੰਬਰ ਨੂੰ। 22 ਦਸੰਬਰ ਨੂੰ ਯੂਲਸ ਗੁਰੂ ਘਰ ਦੀ ਜਿਹੜੀ ਕਮੇਟੀ ਹੈ ਉਹਨਾਂ ਨੇ ਮਿਲ ਕੇ ਪ੍ਰੋਗਰਾਮ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਹੈ, ਤੇ ਉੱਥੇ ਯੂਲਸ ਸਾਈਡ ਦੀ ਜਿਹੜੀਆਂ ਸੰਗਤਾਂ ਨੇ ਉਹਨਾਂ ਨੇ ਉਹ ਇਕੱਠੇ ਹੋਣਗੇ ਫੋਰਟ ਵਰਥ ਵਾਲੇ ਪਾਸੇ। ਸੋ ਉਸ ਤੋਂ ਬਾਅਦ ਫਿਰ 23rd 24th ਐਂਡ 25th ਜਿਹੜਾ ਹੈਗਾ ਉਹ ਅਸੀਂ ਇੱਧਰ ਹਿਊਸਟਨ ਟੈਕਸਸ 3 ਦਿਨ ਰੱਖੇ ਨੇ। ਉਹਦੇ ਵਿੱਚੋਂ 23rd ਨੂੰ ਡਾਕਟਰ ਹਰਦਮ ਆਜ਼ਾਦ ਜੀ ਵਰਾਵਲ ਜਾਣਾ ਹੈ ਸ਼ਾਮੀ 5 ਵਜੇ, 24th ਨੂੰ ਸੰਗਤਾਂ ਦੇ ਘਰਾਂ 'ਚ ਜਾਣਾ, ਤੇ 25th ਨੂੰ ਸਿੱਖ ਸੈਂਟਰ ਗੁਰਦੁਆਰਾ ਸਾਹਿਬ ਤੇ ਸਿੱਖ ਨੈਸ਼ਨਲ ਸੈਂਟਰ ਗੁਰਦੁਆਰਾ ਸਾਹਿਬ, ਦੋ ਮੇਨ ਗੁਰੂ ਘਰ ਉੱਥੇ ਜਿਹੜੇ ਹੈਗੇ ਨੇ, ਦੋਨਾਂ ਵਿੱਚ ਬਾਬਾ ਜੀ ਨੇ ਹਾਜ਼ਰੀ ਭਰਨੀ ਹੈ 1-on-1 ਨਾ। ਤੇ ਸੋ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ 26 ਦਸੰਬਰ ਤੇ 27 ਦਸੰਬਰ ਐਟਲਾਂਟਾ ਜਾਰਜੀਆ ਰੱਖਿਆ। ਉੱਥੇ ਇੰਦਰਜੀਤ ਸਿੰਘ ਦੁੱਗਲ ਜੀ ਹੈਗੇ ਨੇ, ਉਹ ਸਾਰਾ ਪ੍ਰੋਗਰਾਮ ਮਤਲਬ ਹੋਸਟ ਕਰ ਰਹੇ ਨੇ। ਤੇ ਸੋ ਫਿਰ ਉਸ ਤੋਂ ਬਾਅਦ 28th ਐਂਡ 29th ਆਪਣਾ ਰਿਚਮੰਡ ਵਰਜੀਨੀਆ ਵਿੱਚ ਡਾਕਟਰ ਬਲਜੀਤ ਸਿੰਘ ਸਿੱਧੂ ਜੀ ਤੇ ਡਾਕਟਰ ਜਤਿੰਦਰ ਕੌਰ ਜੀ, ਤੇ ਉੱਥੇ ਸਾਡੇ ਡਾਕਟਰ ਬਲਵੰਤ ਸਿੰਘ ਸੇਖੂ ਅੰਕਲ ਵੀ ਹੁੰਦੇ ਨੇ, ਤੇ ਉੱਥੇ ਸਾਡੇ ਵੀਰ ਜੀ ਡਾਕਟਰ ਬਲਜੀਤ ਸਿੰਘ ਗਿੱਲ ਜੀ ਜਿਹੜੇ ਕਿ ਡਾਕਟਰ ਖੇਮ ਸਿੰਘ ਗਿੱਲ ਜੀ ਦੇ ਬੇਟੇ, ਉਹਨਾਂ ਦਾ ਪਰਿਵਾਰ। ਸੋ ਉਹ ਸਾਰੀਆਂ ਸੰਗਤਾਂ ਉੱਥੇ ਮਿਲ ਕੇ ਡਾਕਟਰ ਬਲਜੀਤ ਸਿੰਘ ਸਿੱਧੂ ਜੀ ਦੇ ਘਰ ਸਾਰਾ ਪ੍ਰੋਗਰਾਮ ਜਿਹੜਾ ਉੱਥੇ ਹੋਣੇ ਹੈਗੇ ਨੇ, ਸੰਗਤਾਂ ਨਾਲ ਮੇਲੇ ਦਰਸ਼ਨ ਹੋਣਗੇ। ਫਿਰ ਉਸ ਤੋਂ ਬਾਅਦ ਅਸੀਂ ਕਲੀਵਲੈਂਡ ਪਹਿਲੇ ਐਡਪ ਨਹੀਂ ਸੀਗਾ, ਤੇ ਡਾਕਟਰ ਸਵਿੰਦਰਪਾਲ ਸਿੰਘ ਰੈਨਾ ਜੀ ਦਾ ਕੱਲ ਕਾਲ ਆਇਆ ਤੇ ਕਹਿੰਦੇ ਮੈਂ ਤੁਹਾਡਾ ਸਾਰਾ ਟੂਰ ਪਲਾਨ ਦੇਖ ਰਿਹਾ ਸੀ ਕਿ ਤੁਸੀਂ ਰਿਚਮੰਡ ਵਰਜੀਨੀਆ ਤੋਂ ਸਿੱਧਾ ਸ਼ਿਕਾਗੋ ਜਾਣਾ ਹੈ, ਤੇ ਅਸੀਂ ਮਿਡ ਵਿੱਚ ਆਨੇ ਆ ਤੇ ਰੁਕ ਕੇ ਜ਼ਰੂਰ ਜਾਇਓ, ਦੇ ਜਾਣ ਇੱਕ ਦਿਨ ਉੱਥੇ ਵੀ। ਸੋ ਅਸੀਂ ਹੁਣ ਫਰਾਈਡੇ ਜਿਹੜਾ ਵੇ ਕਲੀਵਲੈਂਡ ਓਹਾਇਓ, ਉਸ ਤੋਂ ਬਾਅਦ ਰੱਖਿਆ 30th ਦਸੰਬਰ, ਤੇ ਫਿਰ 31 ਦਸੰਬਰ ਐਂਡ ਜਨਵਰੀ 1 ਸੈਟਰਡੇ ਐਂਡ ਸੰਡੇ ਉਹ ਆਪਣੇ ਗੁਰਚਰਨ ਸਿੰਘ ਝੱਜ ਵੀਰ ਜੀ ਤੇ ਨਾਲ ਉੱਥੇ ਮਨਦੀਪ ਸਿੰਘ ਪੰਨੂ ਵੀਰ ਜੀ ਹੈਗੇ ਨੇ, ਲਵਪ੍ਰੀਤ ਹੈਗੀ ਏ, ਸੋ ਉੱਥੇ ਦੀਆਂ ਸੰਗਤਾਂ। ਸੋ ਸੈਟਰਡੇ ਐਂਡ ਸੰਡੇ 31 ਦਸੰਬਰ ਦੀ ਜਿਹੜੀ ਰਾਤ ਏ ਉਹ ਗੁਰਚਰਨ ਸਿੰਘ ਝੱਜ ਸਾਹਿਬ ਜੀ ਨੇ ਸਾਰਾ ਪ੍ਰੋਗਰਾਮ ਜਿਹੜਾ ਉੱਥੇ ਆਪਣਾ ਪੈਲੇਟਾਈਨ ਗੁਰੂ ਘਰ ਦੀ ਕਮੇਟੀ ਨਾਲ ਸਹਿਯੋਗ ਦੇ ਨਾਲ, ਉਹ ਬੜੀ ਆਲਵੇਜ਼ ਵੈਰੀ ਵੈਲਕਮਿੰਗ ਕਮੇਟੀ। ਤੇ ਅਸੀਂ ਹਾਲਾਂਕਿ ਅਗਸਤ ਵਿੱਚ ਵੀ ਗਏ ਸੀ, ਤੇ ਉਹਨਾਂ ਨੂੰ ਸੀਗਾ ਕਿ ਈਅਰ ਐਂਡ ਹੈਗਾ ਤੇ ਤੁਸੀਂ ਇੱਧਰ ਆ ਕੇ ਆਪਣਾ ਟ੍ਰਿਪ ਐਂਡ ਕਰੋ ਜੀ। ਤੇ ਸੋ ਉੱਥੇ ਫਿਰ ਜਨਵਰੀ 1 ਸੰਡੇ ਪੈ ਰਿਹਾ, ਉਹ ਘਰਾਂ 'ਚ ਫਿਰ ਸੰਗਤਾਂ। ਮੁਕਤਾ ਜੀ ਮੈਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਇਹ ਟੂਰ ਇੰਨਾ ਪੈਕਡ ਹੈ, ਬਟ ਜਦੋਂ ਸਾਡੀ ਵੀ ਗੱਲ ਹੋਈ ਸੀ, ਦੇਖੋ ਅੱਜ ਸਵੇਰ ਦੀ ਗੱਲ ਹੈ, ਇਹ ਫਲਾਇਰ ਬਣਿਆ ਉਸ ਦੇ ਵਿੱਚ ਵਿਚਾਲੇ ਇੱਕ ਹੋਰ ਪ੍ਰੋਗਰਾਮ ਐਡ ਹੋ ਗਿਆ ਹੈ, ਤੇ ਮੈਨੂੰ ਲੱਗਦਾ ਹੈ ਕਿ ਆਲਰੇਡੀ ਸਕਰੀਨ ਇੰਨੀ ਜੋ ਪੈਕ ਲੱਗ ਰਹੀ ਹੈ, ਇਹ ਹੋਰ ਵੀ ਪੈਕ ਹੋਣੀ ਹੈ, ਹਲੇ ਹੋਰ ਵੀ ਹੋਣੀ ਹੈ। ਹਾਂ, ਹਲੇ ਤਾਂ ਜਿੱਦਾਂ ਕਹਿੰਦੇ ਹੁੰਦੇ ਸੀ ਨਾ ਅਸੀਂ ਪ੍ਰੋਗਰਾਮ ਬਣਾਉਣਾ, ਤੇ ਹਾਲਾਂਕਿ ਬਾਬਾ ਜੀ ਤੇ ਇੰਨੇ ਬਿਰਧ ਹੁੰਦੇ ਸੀ, ਤੇ ਡੈਲਸ ਆਣਾ ਤੇ ਉਹਨਾਂ ਨੇ ਅੰਜੂ ਆਂਟੀ ਨੂੰ ਕਹਿੰਦੇ ਸੀ ਹੁਣ ਮੈਂ ਆ ਗਿਆ ਵਾਂ, ਹੁਣ ਤੂੰ ਕੱਢ ਲੈ ਮੇਰੀ ਮਿਜ ਜਿੰਨੀ ਕੱਢਣੀ ਹੈ। ਤੇ ਮੈਂ ਡਾਕਟਰ ਵੀਰ ਜੀ ਨੂੰ ਵੀ ਪੁੱਛੋ ਕਿ ਵੀਰ ਜੀ ਵੀ ਬੜਾ ਟਰੈਵਲਿੰਗ, ਤੇ ਕਹਿੰਦੇ ਕੋਈ ਨਹੀਂ ਅਸੀਂ ਕਾਰ ਦੇ ਵਿੱਚ ਜਿਹੜਾ ਟਰੈਵਲਿੰਗ ਹੁੰਦਾ ਆਰਾਮ ਹੋ ਜਾਂਦਾ ਹੈ, ਆਰਾਮ ਨਾਲ, ਕਹਿੰਦੇ ਆਰਾਮ ਨਾਲ ਚੱਲਣ ਆਏ ਹੈਗੇ ਆ। ਦੇਖੋ ਅਮਰੀਕਾ ਦੀ ਤਾਂ ਸੜਕਾਂ ਵੀ ਕਿੰਨੀ ਸੋਹਣੀਆਂ ਬਣੀਆਂ ਹੋਈਆਂ, ਤੁਸੀਂ ਆਰਾਮ ਨਾਲ ਸੋ ਸਕਦੇ ਹੋ, ਹੈ ਨਾ, ਸੋ ਲੰਬੀ ਡਰਾਈਵ ਇੰਜੋਏ ਕਰ ਸਕਦੇ ਹੋ। ਮਾਈ ਗੁੱਡਨੈਸ। ਐਂਡ ਇਹ ਜੋ ਲਿਸਟ ਹੈਗੀ ਮੈਂ ਵਿਊਅਰਸ ਨੂੰ ਇੱਕ ਵਾਰੀ ਫਿਰ ਰਿਮਾਈਂਡ ਕਰਾਉਣਾ ਚਾਹੁੰਦੀ ਹਾਂ, ਤੁਸੀਂ ਇਹ ਡੇਟਸ ਨੋਟ ਕਰ ਲਓ। ਤੁਹਾਡੇ ਸ਼ਹਿਰ ਦੇ ਵਿੱਚ ਬਾਬਾ ਜੀ ਡਾਕਟਰ ਦਵਿੰਦਰ ਸਿੰਘ ਜੀ ਵੀ ਆ ਰਹੇ ਹੈ, ਹੋਰ ਸੇਵਾਦਾਰਾਂ ਨੇ ਨਾਲ ਹੋਣਾ ਹੈ, ਮੁਕਤਾ ਜੀ ਨੇ
ਨਾਲ ਹੋਣਾ ਹੈ। ਕਾਫੀ ਵੱਡਾ ਕਾਫਲਾ ਇਹਨਾਂ ਦਾ ਜਦੋਂ ਤੁਰਦਾ ਹੈ ਤੇ ਬਹੁਤ ਜਿੱਦਾਂ ਕਹਿੰਦੇ ਨਾ ਰੌਣਕ ਲੈ ਕੇ ਤੁਸੀਂ ਆਉਂਦੇ ਹੋ, ਬਹੁਤ ਜਾਣਕਾਰੀ ਲੈ ਕੇ ਤੁਸੀਂ ਆਉਂਦੇ ਹੋ। ਇੱਕ ਵਾਰੀ ਫਿਰ ਮੁਕਤਾ ਜੀ ਤੁਹਾਡਾ ਨੰਬਰ ਮੈਂ ਸਕਰੀਨ ਤੇ ਦਿਖਾਉਣਾ ਚਾਹੁੰਦੀ ਹਾਂ ਵਿਊਅਰਸ ਨੂੰ, ਜਿਨ੍ਹਾਂ ਨੂੰ ਵੀ ਕੋਈ ਵੀ ਕੁਐਸਚਨਸ ਹੈਗੀ ਇਸ ਟੂਰ ਬਾਰੇ, ਸੰਸਥਾ ਬਾਰੇ, ਜਿਸ ਤਰ੍ਹਾਂ ਅਮਰੀਕ ਜੀ ਵੀ ਪੁੱਛ ਰਹੇ ਸੀ, ਉਹ ਇਸ ਨੰਬਰ ਤੇ ਜੋ ਕਿ ਸਕਰੀਨ ਤੇ ਲਿਖਿਆ ਹੋਇਆ 9726931077 ਉੱਤੇ ਫੋਨ ਕਰਕੇ ਮੁਕਤਾ ਜੀ ਨਾਲ ਡਾਇਰੈਕਟਲੀ ਸੰਪਰਕ ਕਰ ਸਕਦੇ ਹੈ। ਮੁਕਤਾ ਜੀ ਇਹ ਜੋ ਟੂਰ ਹੈਗਾ ਇਹਦੇ ਵਿੱਚ ਆਫ ਕੋਰਸ ਗੁਰਦੁਆਰਿਆਂ ਦਾ ਬਹੁਤ ਵੱਡਾ ਇੱਕ ਹਿੱਸਾ ਹੈ, ਸਹਿਯੋਗ ਹੈ। ਕਿੰਨੇ ਗੁਰਦੁਆਰਿਆਂ ਨੇ ਖਾਸ ਕਰਕੇ ਪ੍ਰੋਗਰਾਮਸ ਅਰੇਂਜ ਕੀਤੇ ਹੈ, ਬਾਬਾ ਜੀ ਡਾਕਟਰ ਦਵਿੰਦਰ ਸਿੰਘ ਜੀ ਲਈ, ਸੰਸਥਾ ਲਈ ਟਾਈਮ ਦਿੱਤਾ ਹੈ। ਉਨ ਪ੍ਰੋਗਰਾਮਸ ਬਾਰੇ ਮੈਂ ਥੋੜ੍ਹੀ ਜਿਹੀ ਹੋਰ ਜਾਣਕਾਰੀ ਤੁਹਾਡੇ ਤੋਂ ਲੈਣਾ ਚਾਹੁੰਦੀ ਹਾਂ। ਐਂਡ ਇੱਕ ਪਾਸਿਓਂ ਮਾਣ ਵੀ ਕਿੰਨਾ ਮਹਿਸੂਸ ਹੁੰਦਾ ਹੈ ਕਿ ਕਿੰਨੇ ਸ਼ਹਿਰਾਂ ਦੇ ਵਿੱਚ ਮਤਲਬ ਗੁਰਦੁਆਰੇ ਸਾਡੇ ਬਣੇ ਹੋਏ, ਆਰਕੈਨਸਾ ਦੇ ਵਿੱਚ ਹੈ ਨਾ, ਬਿਲਕੁਲ ਕੰਟਰੀ ਦੀ ਮਿਡਲ ਦੇ ਵਿੱਚ, ਪਤਾ ਵੀ ਨਹੀਂ ਉੱਥੇ ਆਪਣੇ ਪੰਜਾਬੀ ਆਪਣੇ ਸਿੱਖ ਕਿੰਨੇ ਵੱਸਦੇ, ਬਟ ਗੁਰਦੁਆਰਾ ਜ਼ਰੂਰ ਬਣਿਆ ਹੋਇਆ ਹੈ। ਇਹੋ ਜਿਹੀ ਸਟੇਟਾਂ ਸ਼ਹਿਰਾਂ ਦੇ ਵਿੱਚ ਜਾ ਕੇ, ਨਿਊ ਮੈਕਸੀਕੋ ਦੇ ਵਿੱਚ ਐਗਜ਼ੈਕਟਲੀ ਉੱਥੇ ਵੀ ਗੁਰੂ ਘਰ ਰਾਈਟ, ਇਟਸ ਅਮੇਜ਼ਿੰਗ। ਸੋ ਸੰਗਤਾਂ ਨੂੰ ਇਹ ਬਹੁਤ ਵੱਡਾ ਅਸੀਂ ਇੱਥੇ ਇੱਕ ਵਾਰੀ ਫਿਰ ਇਨਵੀਟੇਸ਼ਨ ਦੇ ਰਹੇ ਹਾਂ। ਜਿੱਥੇ ਮਰਜ਼ੀ ਤੁਸੀਂ ਰਹਿੰਦੇ ਹੋ ਜ਼ਰੂਰ ਤੁਸੀਂ ਕਾਲ ਕਰਕੇ, ਅਗਰ ਮੁਕਤਾ ਜੀ ਨੂੰ ਕਾਲ ਕਰਨੀ ਹੈ ਤੁਸੀਂ, ਤੇ ਕਰਕੇ ਤੁਸੀਂ ਆਪਦੇ ਸ਼ਹਿਰ ਦੇ ਵਿੱਚ ਵੀ ਪ੍ਰੋਗਰਾਮ ਬੁੱਕ ਕਰਾ ਸਕਦੇ ਹੋ। ਕੋਈ ਗੱਲ ਨਹੀਂ, ਅਸੀਂ ਨਵਾਂ ਫਲਾਇਰ ਬਣਾ ਲਾਂਗੇ, ਇਹ 'ਚ ਕੋਈ ਵੱਡੀ ਗੱਲ ਨਹੀਂ ਹੈਗੀ। ਇੱਕ ਹੋਰ ਬ੍ਰੇਕ ਦਾ ਇੱਥੇ ਸਮਾਂ ਆ ਗਿਆ ਹੈ। ਮੁਕਤਾ ਜੀ, ਜਸਪਾਲ ਜੀ ਜੁੜੇ ਰਹੋ। ਵਿਊਅਰਸ ਤੁਸੀਂ ਵੀ ਸਾਡੇ ਨਾਲ ਜੁੜੇ ਰਹੋ। ਲਾਈਵ ਅਸੀਂ ਹਾਜ਼ਰ ਹੋਏ ਹਾਂ ਤੇ ਲਾਈਵ ਹੀ ਪ੍ਰੋਗਰਾਮ ਜਾਰੀ ਰਹੇਗਾ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਪ੍ਰੋਗਰਾਮ ਅੱਜ ਦਾ ਮੁੱਦਾ। ਜਸਪਾਲ ਜੀ, ਮੁਕਤਾ ਜੀ ਸਾਡੇ ਨਾਲ ਜੁੜੇ ਹੈਗੇ। ਜਸਪਾਲ ਜੀ, ਮੈਂ ਤੁਹਾਡੇ ਨਾਲ ਸ਼ੁਰੂ ਕਰਾਂਗੀ। ਇਸ ਆਉਣ ਵਾਲੇ ਦਸੰਬਰ ਦੇ ਮਹੀਨੇ ਦੇ ਵਿੱਚ ਇੰਡੀਆ ਤੋਂ ਇੱਕ ਵਾਰੀ ਫਿਰ ਬਾਬਾ ਜੀ ਡਾਕਟਰ ਦਵਿੰਦਰ ਸਿੰਘ ਜੀ ਸੰਗਤਾਂ ਦੇ ਨਾਲ ਮਿਲਣ ਲਈ 1-on-1 ਅਤੇ ਵੱਡੀ ਗਿਣਤੀ ਦੇ ਵਿੱਚ ਇਵੈਂਟਸ ਦੇ ਵਿੱਚ ਹਿੱਸਾ ਲੈਣ ਲਈ ਇੱਕ ਵਾਰੀ ਫਿਰ USA ਟੂਰ ਕਰਨ ਆ ਰਹੇ ਹੈ ਅਤੇ ਵੈਸਟ ਕੋਸਟ 'ਤੇ ਫੋਕਸ ਰੱਖਿਆ ਹੈ। ਤੁਸੀਂ ਆਪ ਕੈਲੀਫੋਰਨੀਆ ਦੇ ਰਹਿਣ ਵਾਲੇ ਹੋ। ਆਈ ਨੋ ਤੁਸੀਂ ਤਾਂ ਉੱਦਾਂ ਹਮੇਸ਼ਾ ਟੂਰ ਦੇ ਹਰੇਕ ਹਿੱਸੇ, ਭਾਵੇਂ ਉਹ ਵੈਸਟ ਕੋਸਟ ਹੋਏ, ਈਸਟ ਕੋਸਟ ਹੋਏ, ਪਹੁੰਚਦੇ ਹੋ, ਆਪਦੀ ਹਾਜ਼ਰੀ ਜ਼ਰੂਰ ਲਗਾਉਂਦੇ ਹੋ। ਬਟ ਵੈਸਟ ਕੋਸਟ ਦੀ ਸੰਗਤਾਂ ਨੂੰ ਤੁਸੀਂ ਖਾਸ ਕੀ ਅਪੀਲ ਅੱਜ ਕਰਨਾ ਚਾਹੋਗੇ ਇਸ ਪ੍ਰੋਗਰਾਮ ਦੇ ਵਿੱਚ? ਉਹ ਕਿਸ ਤਰ੍ਹਾਂ ਹਿੱਸਾ ਲੈ ਸਕਦੇ ਹੈ, ਕਿਉਂ ਉਹਨਾਂ ਨੂੰ ਹਿੱਸਾ ਲੈਣਾ ਚਾਹੀਦਾ ਹੈ? ਜਸਪਾਲ ਜੀ। ਹਾਂਜੀ, ਥੈਂਕ ਯੂ ਅਸ਼ਮਿਤਾ ਜੀ। ਗੁਰੂ ਸਾਹਿਬ ਦੀ ਜਿਹੜੀ ਆਰਗੇਨਾਈਜੇਸ਼ਨ ਹੈ, ਇਟਸ ਬੜੀ ਯੂਨੀਕ ਆਰਗੇਨਾਈਜੇਸ਼ਨ ਹੈ, ਜਿਹਨੇ ਕਿ ਇਸ ਚੀਜ਼ ਨੂੰ ਵਿਜ਼ੂਅਲਾਈਜ਼ ਕੀਤਾ ਕਿ ਐਜੂਕੇਸ਼ਨ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹਰ ਇੱਕ ਇਨਸਾਨ ਦੇ ਵਿੱਚ। ਇਸੇ ਕਰਕੇ ਹੀ ਸਾਡੀ ਜਿਹੜੀ ਗਰੋਥ ਹੋ ਸਕਦੀ ਹੈ। ਔਰ ਬਾਬਾ ਕਵਾਲ ਸਿੰਘ ਜੀ ਹਮੇਸ਼ਾ ਇਹ ਉਦਾਹਰਨ ਦਿੰਦੇ ਹੁੰਦੇ ਸੀ ਯਹੂਦੀਆਂ ਦੀ, ਕਿ ਵਰਲਡ ਵਾਰ 2 ਦੇ ਵਿੱਚ ਕਿੱਦਾਂ ਇੰਨੇ ਯਹੂਦੀਆਂ ਨੂੰ ਮਾਰਿਆ ਗਿਆ, ਤੇ ਉਹਨਾਂ ਯਹੂਦੀਆਂ ਨੇ ਫਿਰ ਇੱਕੋ ਹੀ ਨਾਅਰਾ ਲਾਇਆ ਸੀ। ਉਹਨਾਂ ਨੇ ਜੈਫ ਕ੍ਰੀਏਟ ਕੀਤਾ, ਯਹੂਦੀ ਐਜੂਕੇਸ਼ਨ ਫੰਡ, ਔਰ ਉਹਦੇ ਨਾਲ ਉਹਦੇ ਵਿੱਚ 10% ਤਾਂ ਮਿਨੀਮਮ ਉਹਨਾਂ ਨੇ ਕਿਹਾ ਸਾਰੇ ਜਾਣੇ ਪਾਉਣ, ਸਾਰੇ ਯਹੂਦੀ ਪਾਉਣ, ਔਰ ਕਈਆਂ ਨੇ 50% ਪਾਇਆ, ਔਰ ਉਹਦੇ ਨਾਲ ਉਹਨਾਂ ਨੇ ਆਪਣੇ ਬੱਚੇ ਪੜ੍ਹਾਏ। ਔਰ ਤੁਸੀਂ ਦੇਖ ਲਓ ਵੀ ਜਦੋਂ ਤੋਂ ਇੰਡੀਆ ਆਜ਼ਾਦ ਹੋਇਆ ਉਦੋਂ ਦਾ ਟਾਈਮ ਸੀ ਉਹ ਵਰਲਡ ਵਾਰ 2 ਦਾ, ਤੇ ਹੁਣ ਤੱਕ 75 ਈਅਰਸ ਦੇ ਵਿੱਚ ਯਹੂਦੀ ਜਿਹੜੀ ਕੌਮ ਹੈ ਇਜ਼ ਦਾ ਮੋਸਟ ਸਕਸੈਸਫੁਲ ਕੌਮ ਇਨ ਦਾ ਵਰਲਡ। ਸਾਰੀ ਦੁਨੀਆ ਨੂੰ ਕੰਟਰੋਲ ਕਰ ਰਹੀ ਹੈ, ਡਾਇਰੈਕਟਲੀ ਜਾਂ ਇਨਡਾਇਰੈਕਟਲੀ। ਸਾਰਾ ਮੀਡੀਆ ਉਹਨਾਂ ਦੇ ਕੋਲੇ ਹੈ, ਸਾਰੇ ਫਾਈਨੈਂਸ਼ੀਅਲ ਸੈਂਟਰਸ ਉਹਨਾਂ ਕੋਲੇ ਆ, ਦੁਨੀਆ ਦੇ ਸਭ ਤੋਂ ਵੱਧ ਨੋਬਲ ਪ੍ਰਾਈਜ਼ਸ ਉਹਨਾਂ ਕੋਲੇ ਨੇ। ਸੋ ਉਹ ਦੈਟ ਇਜ਼ ਆਲ ਬਿਕੋਜ਼ ਆਫ ਦਾ ਐਜੂਕੇਸ਼ਨ। ਯੂਨੀਵਰਸਿਟੀਜ਼ ਖੋਲੀਆਂ ਉਹਨਾਂ ਨੇ, ਵੱਧ ਤੋਂ ਵੱਧ ਆਪਣੇ ਬੱਚੇ ਪੜ੍ਹਾਏ। ਸੋ ਇਸੇ ਕਰਕੇ ਜਿਹੜੀ ਮੁਹਿੰਮ ਚਲਾਈ ਬਾਬਾ ਜੀ ਨੇ, ਬਾਬਾ ਕਵਾਲ ਸਿੰਘ ਜੀ ਨੇ 1985 ਦੇ ਵਿੱਚ ਸਿਰਫ 5 ਬੱਚਿਆਂ ਦੇ ਨਾਲ ਇੱਕ ਸਕੂਲ ਖੋਲ੍ਹਿਆ, ਤੇ ਅੱਜ ਉਹ ਸਕੂਲ ਦੀ ਜਿਹੜੀ ਹੈਗੀ ਆ ਆਰਗੇਨਾਈਜੇਸ਼ਨ 70,000 ਬੱਚਾ ਉੱਥੇ ਪੜ੍ਹ ਰਿਹਾ। 129 ਸਕੂਲ ਬਣ ਚੁੱਕੇ ਨੇ, 2 ਯੂਨੀਵਰਸਿਟੀਆਂ ਬਣ ਚੁੱਕੀਆਂ ਨੇ, ਔਰ ਤੀਸਰੀ ਯੂਨੀਵਰਸਿਟੀ ਜਿਹੜੀ ਹੈਗੀ ਆ ਉਹਦੀ ਵੀ ਤਿਆਰੀ ਆ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੁਣ ਵੀ ਅਨਾਊਂਸ ਕਰਾਂਗੇ, ਐਂਡ ਉਹਦੇ 'ਤੇ ਵੀ ਬਹੁਤ ਵਰਕ ਹੋ ਰਿਹਾ, ਬਟ ਆਈ ਕੈਨ ਨਾਟ ਡਿਸਕਲੋਜ਼ ਦੈਟ ਰਾਈਟ ਨਾਓ, ਕਦੋਂ ਤੱਕ ਉਹਦੀ ਜਿੰਦਰ ਤੱਕ ਉਹਦੀ ਸਾਰੀ ਫਾਰਮੇਸ਼ਨ ਕੰਪਲੀਟ ਨਹੀਂ ਹੋ ਜਾਂਦੀ। ਸੋ ਮੇਨ ਜਿਹੜੀ ਗੱਲ ਹੈ ਕਿ ਇਹ ਐਡਾ ਵੱਡਾ ਕਾਜ ਹੈ ਸਿੱਖ ਕੌਮ ਦਾ, ਔਰ ਇਹਦੇ ਵਿੱਚ ਇੰਨੇ ਸਾਡੇ ਬੱਚੇ ਜਿਹੜੇ ਹੈਗੇ ਨੇ ਉਹ ਪੜ੍ਹ ਰਹੇ ਨੇ, ਔਰ ਉਹ ਸਿੱਖੀ ਬਾਰੇ ਵੀ ਜਾਣਕਾਰੀ ਉਹਨਾਂ ਨੂੰ ਹੋ ਰਹੀ ਹੈ,
ਔਰ ਉਹ ਅੱਗੇ ਆਪਣੀ ਐਜੂਕੇਸ਼ਨ ਵੀ ਇੰਨੀ ਵੱਡੀ ਹਾਸਲ ਕਰ ਰਹੇ ਨੇ ਤੇ ਇਦੋਂ ਵਧੀਆ ਕਾਜ ਹੋਰ ਹੋ ਨਹੀਂ ਸਕਦਾ ਪੰਜਾਬ ਨੂੰ ਦੇ ਵਾਸਤੇ ਔਰ ਸਿੱਖਾਂ ਵਾਸਤੇ। ਸੋ ਇਸ ਕਰਕੇ ਮੈਂ ਇਸ ਕਾਜ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ ਔਰ ਮੈਂ ਸਾਰੇ ਕੈਲੀਫੋਰਨੀਆ ਦੇ ਕੀ ਸਾਰੇ ਵਰਲਡ ਦੇ ਲੋਕਾਂ ਨੂੰ ਇਹ ਅਪੀਲ ਕਰੂੰਗਾ ਕਿ ਇਹ ਜੋ ਇਹ ਕਾਜ ਚੱਲ ਰਿਹਾ ਇਹਦੇ ਵਿੱਚ ਆਪਾਂ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ, ਵੱਧ ਤੋਂ ਵੱਧ ਪਾਰਟਿਸਿਪੇਟ ਕਰੀਏ। ਕੋਈ ਪੈਸੇ ਦੇ ਰਾਹੀਂ, ਕੋਈ ਐਜ਼ ਸੇਵਾ, ਜਿਸ ਤਰੀਕੇ ਦੀ ਵੀ ਸੇਵਾ ਅਸੀਂ ਕਰ ਸਕਦੇ ਹਾਂ, ਠੀਕ ਹੈ ਜੀ, ਉਹਦੇ ਵਿੱਚ ਆਪਾਂ ਆਪਣਾ ਯੋਗਦਾਨ ਪਾਈਏ ਔਰ ਇਸ ਆਪਣੇ ਜਿਹੜੀ ਇਸ ਸੰਸਥਾ ਨੂੰ ਹੋਰ ਉੱਤੇ ਲੈ ਕੇ ਜਾਈਏ ਤਾਂ ਕਿ ਅਸੀਂ 70,000 ਨਹੀਂ ਕਈ 70,000 ਬੱਚੇ ਜਿਹੜੇ ਹੈਗੇ ਉਹ ਪੰਜਾਬ ਦੇ ਪੜ੍ਹਾਈਏ। ਔਰ ਇਸ ਟਾਈਮ ਮਤਲਬ ਕਿ ਜਿੱਦਾਂ ਅਸੀਂ ਮੁਕਤਾ ਜੀ ਨੇ ਦੱਸਿਆ ਸੀ 22,000 ਬੱਚਾ 22,000 ਬੱਚਾ ਜਿਹੜਾ ਪੜ੍ਹਾ ਰਿਹਾ 70,000 ਦੇ ਵਿੱਚੋਂ, ਜਿਹੜਾ ਕਿ ਏਡਡ ਹੈ ਜਾਂ ਫ੍ਰੀ ਹੈ ਜਾਂ ਕਿਸੇ ਦੀ ਕੋਈ ਘੱਟ ਫੀਸ ਤੇ ਹੈ ਜਾਂ ਕਿਸੇ ਦੀ ਬਿਲਕੁਲ ਫੀਸ ਮਾਫ ਹੈ। ਸੋ 22,000 22,500 ਬੱਚਾ ਜਿਹੜਾ ਇਦਾਂ ਦਾ ਪੜ੍ਹ ਰਿਹਾ ਉਹ 22,500 ਨੂੰ ਵੀ ਆਪਾਂ ਕਈ ਅੱਗੇ ਲੈ ਕੇ ਜਾਈਏ। ਉਹ ਸਾਰਿਆਂ ਦੇ ਸਹਿਯੋਗ ਨਾਲ ਹੀ ਹੋ ਸਕਦਾ। ਜੀ ਜਸਪਾਲ ਜੀ ਥੈਂਕ ਯੂ ਸੋ ਮਚ। ਐਂਡ ਤੁਸੀਂ ਇਹਦਾ ਜ਼ਿਕਰ ਕੀਤਾ ਮਾੜਾ ਜਿਹਾ, ਮੈਂ ਇਹਦੇ ਉੱਤੇ ਥੋੜ੍ਹਾ ਜਿਹਾ ਐਡ ਕਰਨਾ ਚਾਹਾਂਗੀ। ਜੋ ਤੁਸੀਂ ਕਿਹਾ ਕਿ ਸੇਵਾ ਕਿਸੇ ਵੀ ਰੂਪ ਦੇ ਵਿੱਚ ਆ ਸਕਦੀ ਹੈ, ਸਿਰਫ ਮਾਇਆ ਦੀ ਸੇਵਾ ਨਹੀਂ, ਬਟ ਅਸੀਂ ਪੁਰਾਣੇ ਸਮੇਂ ਦੇ ਵਿੱਚ ਪੁਰਾਣੇ ਪ੍ਰੋਗਰਾਮਸ ਦੇ ਵਿੱਚ ਲੋਕਾਂ ਨੂੰ ਇਹ ਵੀ ਦੱਸਿਆ ਸੀ ਕਿ ਕਿਸ ਤਰ੍ਹਾਂ ਲੋਕ ਆਪ ਦੀ ਜ਼ਮੀਨ ਡੋਨੇਟ ਕਰਦੇ ਹੈ। ਜੋ ਜ਼ਮੀਨ ਉਹ ਸ਼ਾਇਦ ਉਹਨਾਂ ਦੀ ਕੋਈ ਕੰਮ ਦੀ ਨਹੀਂ ਹੈਗੀ, ਇੱਕ ਕਿਸਮ ਦੇ ਬਰਡਨ ਬਣ ਚੁੱਕੀ ਹੈ। ਤੁਸੀਂ ਵਾਪਸ ਜਾ ਕੇ ਉਹਨੂੰ ਵੇਚੋ, ਇਹ ਕਰੋ, ਉਹ ਕਰੋ। ਉਸ ਤੋਂ ਵਧੀਆ ਤੁਸੀਂ ਇਹੋ ਜਿਹੀ ਇੰਨੀ ਜਿੱਦਾਂ ਕਹਿੰਦੇ ਨੇ ਇੰਪੋਰਟੈਂਟ ਕਾਜ਼ ਦੇ ਵਿੱਚ ਤੁਸੀਂ ਉਹ ਜ਼ਮੀਨ ਦਾ ਦਾਨ ਕਰ ਸਕਦੇ ਹੋ। ਹੋਰ ਕਿੰਨੇ ਤਰੀਕੇ ਹਨ ਜਿਸ ਤਰ੍ਹਾਂ ਸੇਵਾ ਨਿਭਾਈ ਜਾ ਸਕਦੀ ਹੈ। ਇੱਕ ਵਾਰੀ ਫਿਰ ਰਵੀਦੀਪ ਕੌਰ ਜੀ ਦਾ ਮੁਕਤਾ ਜੀ ਦਾ ਨੰਬਰ ਸਕਰੀਨ 'ਤੇ ਲਿਖਿਆ ਹੋਇਆ ਹੈ, ਲੋਕੀ ਤੁਹਾਡੇ ਨਾਲ ਡਾਇਰੈਕਟਲੀ ਕਨੈਕਟ ਕਰ ਸਕਦੇ ਆ। ਮੁਕਤਾ ਜੀ ਜਾਣ ਤੋਂ ਪਹਿਲੇ ਹੁਣ ਸਿਰਫ ਕੁਝ ਦਿਨ ਰਹਿ ਗਏ ਇਸ ਪ੍ਰੋਗਰਾਮ ਦੇ ਵਿੱਚ। ਮੈਨੂੰ ਆਪ ਨੂੰ ਹੈਰਾਨੀ ਹੁੰਦੀ ਹੈ ਕਿ ਥੈਂਕਸਗਿਵਿੰਗ ਅਗਲੇ ਹਫਤੇ ਆ ਗਈ, ਉਸ ਤੋਂ ਅਗਲੇ ਹਫਤੇ ਬਾਬਾ ਜੀ ਡਾਕਟਰ ਦਵਿੰਦਰ ਸਿੰਘ ਜੀ ਨੇ ਇੱਥੇ ਪਹੁੰਚ ਜਾਣਾ ਹੈ ਸੰਗਤਾਂ ਦੇ ਨਾਲ ਰੂਬਰੂ ਹੋਣ ਲਈ। ਤੁਸੀਂ ਕੀ ਅਪੀਲ ਕਰਨਾ ਚਾਹੋਗੇ ਸੰਗਤਾਂ ਨੂੰ, ਖਾਸ ਕਰਕੇ ਵੈਸਟ ਕੋਸਟ ਦੀ ਜੋ ਸਾਡੇ ਦਰਸ਼ਕ ਸੁਣ ਰਹੇ ਹਨ ਐਜ਼ ਵੈਲ ਐਜ਼ ਦ ਰੈਸਟ ਆਫ ਦ ਕੰਟਰੀ? ਤੁਸੀਂ ਆਪ ਟੈਕਸਸ ਦੇ ਵਿੱਚ, ਟੈਕਸਸ ਦੇ ਵਿੱਚ ਕਿੰਨੇ ਪ੍ਰੋਗਰਾਮਸ ਰੱਖੇ ਹੋਏ ਹੈ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤੇ ਸਾਰੀਆਂ ਸੰਗਤਾਂ ਨੂੰ ਇਹੀ ਅਪੀਲ ਕਰਾਂਗੀ ਕਿ ਅਸੀਂ ਵੱਧ ਚੜ ਕੇ ਹਿੱਸਾ ਪਾਈਏ ਤੇ ਸਾਰੇ ਪ੍ਰੋਗਰਾਮ ਮੋਸਟਲੀ ਹਰ ਟਾਊਨ ਦੇ ਵਿੱਚ ਹੋ ਰਹੇ ਨੇ ਪ੍ਰੋਗਰਾਮ, ਤੇ ਆ ਕੇ ਜਿਵੇਂ ਬਾਬਾ ਦਵਿੰਦਰ ਸਿੰਘ ਜੀ ਨੂੰ ਮਿਲ ਕੇ ਉਹਨਾਂ ਨਾਲ ਗੱਲਬਾਤ ਕਰਕੇ, ਕੋਈ ਕੰਸਰਨ ਨੇ, ਕੋਈ ਵਿਚਾਰ ਨੇ, ਵਟਾਂਦਰਾ ਨੇ, ਅਸੀਂ ਆ ਕੇ ਉਹਨੂੰ ਸਮਝੀਏ ਤੇ ਮਿਸ਼ਨ ਨੂੰ ਸਮਝੀਏ। ਤੇ ਜਿਹੜਾ ਸਾਨੂੰ ਬਾਬਾ ਅਤਰ ਸਿੰਘ ਜੀ ਨੇ ਇੰਨੇ ਸਾਲਾਂ ਪਹਿਲੇ ਕੁਝ ਸੋਚ ਕੇ ਉਹਨਾਂ ਦਾ ਜੋ ਵਿਜ਼ਨ ਸੀ ਐਜੂਕੇਸ਼ਨ ਦਾ, ਤੇ ਉਹ ਚੱਲਦਾ ਆ ਰਿਹਾ ਹੈ। ਤੇ ਸੋ ਜਿਵੇਂ ਕਿ ਸਿਆਟਲ ਦੇ ਵਿੱਚ ਸੰਗਤਾਂ ਨੂੰ ਕਵਾਂਗੀ ਕਿ ਬਿਲਕੁਲ ਓਪਨ ਸੱਦਾ ਹੈ। ਕੈਂਟ ਇਵੈਂਟ ਸੈਂਟਰ ਦੇ ਵਿੱਚ ਸ਼ਾਮੀ 5 ਵਜੇ ਸੰਡੇ ਦਸੰਬਰ 4 ਨੂੰ ਪ੍ਰੋਗਰਾਮ ਹੋ ਰਿਹਾ ਹੈ, ਤੇ ਉੱਥੇ ਆ ਕੇ ਉਹ ਸੈਮੀਨਾਰ ਨੂੰ ਜੁਆਇਨ ਕਰਨ। ਸੋ ਇੰਨਾ ਹੈਗਾ ਕਿ ਜਿਵੇਂ ਜਿਵੇਂ ਅਸੀਂ ਇਹੋ ਜਿਹੀ ਮਹਾਂਪੁਰਖਾਂ ਦੀ ਸੰਗਤ ਕਰਦੇ ਹਾਂ ਜਾਂ ਜਿਹੜੇ ਸੇਵਾ ਕਰ ਰਹੇ ਨੇ ਅਸੀਂ ਉਹਨਾਂ ਦੀ ਸੰਗਤ ਕਰਦੇ ਹਾਂ, ਤੇ ਡੈਫੀਨੇਟਲੀ ਅਸੀਂ ਵੀ ਮੋਟੀਵੇਟਿਡ ਹੁੰਦੇ ਹਾਂ। ਕਿ ਆਪਾਂ ਸਾਰੇ ਜਾਣਦੇ ਹਾਂ ਕਿ ਬਾਬਾ ਦਵਿੰਦਰ ਸਿੰਘ ਜੀ ਦਾ ਵੀ ਬੜਾ ਤਿਆਗ ਭਰਿਆ ਜੀਵਨ ਰਿਹਾ ਵੇ, ਹਨਾ। ਤੇ ਅਸੀਂ ਉਹਨਾਂ ਬਾਰੇ ਸੁਣਿਆ, 40 ਸਾਲ ਤੇ ਉਹਨਾਂ ਨੂੰ ਵੀ ਹੋ ਗਏ 35 ਸਾਲ ਕਿ ਆਪਣਾ ਸਾਰਾ ਮੈਡੀਕਲ ਪ੍ਰੋਫੈਸ਼ਨ ਛੱਡ ਕੇ ਉਹ ਪੰਜਾਬ ਦੇ ਬੱਚਿਆਂ ਦੀ ਸੇਵਾ ਦੀ ਖਾਤਰ ਉਹ ਉਹਨਾਂ ਦੀ ਵਾਈਫ ਉੱਥੇ ਬੜੂ ਸਾਹਿਬ ਧਰਤੀ ਤੇ ਜਾ ਕੇ ਤੇ 24/7 ਦਿਲੋਂ ਰੂਹ ਤੋਂ ਤਨ ਮਨ ਧਨ ਸਾਰਾ ਤਿਆਗ ਕੇ ਉਹ ਸੇਵਾ ਕਰ ਰਹੇ ਨੇ। ਤੇ ਇਹੋ ਜਿਹੇ ਜਿਹੜੇ ਸ਼ਖਸਾਂ ਨੂੰ ਮਿਲਣਾ, ਆ ਕੇ ਉਹਨਾਂ ਦੇ ਦਰਸ਼ਨ ਵੀ ਕਰਨੇ, ਮੈਂ ਤਾਂ ਕਹਾਂਗੀ ਉਹਦੇ ਵਿੱਚ ਵੀ ਬੜੇ ਵੱਡੇ ਭਾਗ ਸਾਡੇ ਹੁੰਦੇ ਨੇ। ਤੇ ਸੋ ਅਸੀਂ ਸਾਰੇ ਪੰਜਾਬ ਦਾ ਭਲਾ ਮੰਗਦੇ ਹਾਂ। ਜਦੋਂ ਵੀ ਆਪਾਂ ਗੁਰਦੁਆਰਿਆਂ 'ਚ ਇਕੱਠੇ ਹੁੰਦੇ ਹਾਂ, ਜਦੋਂ ਆਪਣੀ ਸਿੱਖ ਕਮਿਊਨਿਟੀ ਇੱਥੇ ਬੈਠਦੀ ਹੈ ਤੇ ਅਸੀਂ ਡਿਸਕਸ਼ਨਸ ਇਹੀ ਹੁੰਦੀਆਂ, ਪੰਜਾਬ ਵਿੱਚ ਇਹ ਹੋ ਗਿਆ, ਇਹ ਹੋ ਗਿਆ, ਬੜੀ ਗੰਦੀ ਰਾਜਨੀਤੀ ਹੋ ਰਹੀ ਹੈ, ਇਹ ਹੋ ਰਿਹਾ, ਰਾਈਟ। ਤੇ ਸੋ ਕਿਸ ਤਰ੍ਹਾਂ ਭਲਾ ਹੋਏਗਾ ਪੰਜਾਬ ਦਾ? ਤੇ ਹਾਲਾਂ ਦੀ ਘੜੀ ਤੇ ਇੱਕੋ ਪੁਆਇੰਟ ਹੀ ਦਿਖਦਾ ਹੈ ਕਿ ਐਜੂਕੇਸ਼ਨ ਅੱਗੋਂ ਤੇ ਪਤਾ ਨਹੀਂ। ਸੋ ਇਹ ਹੈ ਕਿ ਆਪਾਂ ਜਿਵੇਂ ਮਿਨੋਰਿਟੀ ਵਿੱਚ ਆਉਂਦੇ ਹਾਂ, ਮਿਨੋਰਿਟੀ ਕੈਨ ਨਾਟ ਸਰਵਾਈਵ ਵਿਦਆਊਟ ਕੁਆਲਿਟੀ। ਤੇ ਬੜਾ ਸਿੰਪਲ ਜਿਹਾ ਫੰਡਾ ਬਾਬਾ ਜੀ ਨੇ ਕਿਹਾ ਸੀ ਕਿ ਇੱਕ ਆਪਣੀ ਪੰਜਾਬ ਸਟੇਟ ਨੂੰ ਹੀ ਐਜੂਕੇਟ ਕਰ ਲਈਏ, ਬੱਚੇ ਪੜ੍ਹਾਓ, ਪੰਜਾਬ ਬਚਾਓ, ਤੇ ਹੋਰ ਕੋਈ ਹੱਲ ਨਹੀਂ ਹੈਗਾ। ਤੇ ਇਸ ਮਿਸ਼ਨ ਨੂੰ ਲੈ ਕੇ ਸਾਰੀ ਸੰਸਥਾ ਟੁਰੀ ਹੋਈ ਹੈ। ਐਸੀ ਮਿਸ਼ਨ ਨੂੰ ਲੈ ਕੇ ਮਹਾਂਪੁਰਖ ਇੱਥੇ ਆ ਰਹੇ ਨੇ। ਤੇ ਸੋ ਕਿ ਅਸੀਂ ਕਿਸ ਤਰ੍ਹਾਂ ਵੀ ਸਹਿਯੋਗ, ਵੀਰ ਜੀ ਨੇ ਕਿਹਾ ਕਿ ਸਿਰਫ ਧਨ ਦਾ ਸਹਿਯੋਗ ਨਹੀਂ ਹੁੰਦਾ ਤੇ ਮਨ ਦਾ ਸਹਿਯੋਗ ਵੀ ਹੁੰਦਾ ਹੈ
ਕਿ ਅਸੀਂ 4 ਜਣਿਆਂ ਨੂੰ ਹੋਰ ਇਕੱਠੇ ਕਰਕੇ ਲੈ ਆਈਏ, ਹਨਾ। ਸੋ ਅਸੀਂ ਕੀ ਨਾਮ ਆ ਕੇ ਅੱਗੇ ਅੱਗੇ ਮੈਸੇਜ ਕਨਵੇ ਕਰੀਏ, ਅਗਰ ਅਸੀਂ ਆਪ ਨਹੀਂ ਆ ਸਕਦੇ, ਰਾਈਟ। ਤੇ ਸੋ ਜੇ ਧਾਰ ਲਈ ਆਪਾਂ ਸੇਵਾ ਕਰਨੀ ਹੈ, ਪੰਜਾਬ ਦੀ ਧਰਤੀ ਨੂੰ ਬਚਾਉਣਾ ਵੇ, ਗੁਰੂਆਂ ਦੇ ਬੱਚਿਆਂ ਦੀ ਐਜੂਕੇਸ਼ਨ ਉੱਥੇ ਹੋ ਰਹੀ ਹੈ, ਤੇ ਸੋ ਸਾਰੇ ਹੁਮਾ ਕੇ ਪਹੁੰਚੀਏ, ਵੀਰ ਜੀ ਨੂੰ ਮਿਲੀਏ। ਤੇ ਗੁਰੂ ਘਰਾਂ ਦਾ ਸਾਰੇ ਆਪਣੀ ਐਡਵਰਟਾਈਜ਼ਮੈਂਟਸ ਚਲਦੀਆਂ ਪਈਆਂ ਨੇ, ਤੇ ਆਪਾਂ ਥੋੜਾ ਥੋੜਾ ਟਾਈਮ ਕੱਢ ਕੇ ਜ਼ਰੂਰ ਹਾਜ਼ਰੀ ਭਰੀਏ ਸਾਰੇ। ਮੈਂ ਇੱਕ ਵਾਰੀ ਫਿਰ ਫਲਾਇਰ ਦਿਖਾਉਣਾ ਚਾਹੁੰਦੀ ਹਾਂ ਸਕਰੀਨ 'ਤੇ, ਜਿਹਦੇ 'ਤੇ ਸਾਰੀ ਡੇਟਾਂ ਲਿਖੀਆਂ ਹੋਈਆਂ ਜੋ ਹਜੇ ਤੱਕ ਬੁਕਿੰਗਸ ਹੋਈਆਂ। ਮੁਕਤਾ ਜੀ, ਜਿਸ ਤਰ੍ਹਾਂ ਤੁਸੀਂ ਸਾਨੂੰ ਦੱਸ ਰਹੇ ਸੀ, ਇਹ ਵੀ ਲਿਸਟ ਦਿਨ ਵਰ ਦਿਨ ਅਪਡੇਟ ਹੋ ਰਹੀ ਹੈ, ਬਟ ਇਹ ਮੇਨ ਪੱਕੇ ਸ਼ਹਿਰ, ਡੇਟਸ ਅਤੇ ਸਟੇਟਾਂ ਦੀ ਜਾਣਕਾਰੀ ਮੈਂ ਵਿਊਅਰਸ ਨੂੰ ਕਹਾਂਗੀ ਜ਼ਰੂਰ ਨੋਟ ਕਰ ਲੈਣ, ਖਾਸ ਕਰਕੇ ਜੋ ਸਾਡੇ ਵੈਸਟ ਕੋਸਟ ਦੇ ਵਿਊਅਰਸ ਹਨ ਉਹਨਾਂ ਲਈ ਇਹ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਸਕਰੀਨ 'ਤੇ ਲਿਖੀ ਹੋਈ ਹੈ। ਹੋਰ ਬੁਕਿੰਗਸ ਲਈ ਤੁਸੀਂ ਮੁਕਤਾ ਜੀ ਨੂੰ ਕਾਲ ਕਰ ਸਕਦੇ ਹੋ। ਇੱਥੇ ਮੈਂ ਇਹ ਵੀ ਐਡ ਕਰਨਾ ਚਾਹੁੰਦੀ ਹਾਂ ਕਿ ਕਿੰਨੇ ਸਾਰੇ ਪ੍ਰੋਗਰਾਮਸ, ਜਿਸ ਤਰ੍ਹਾਂ ਹਰ ਵਾਰੀ ਜਸ ਪੰਜਾਬੀ ਦੀ ਟੀਮ ਨਾਲ, ਬੜੂ ਸਾਹਿਬ ਦੀ ਟੀਮ ਦੇ ਨਾਲ ਰਲ ਕੇ ਇਹੋ ਜਿਹੇ ਟੂਰਸ ਨੂੰ ਬਾਕੀ ਦਰਸ਼ਕਾਂ, ਬਾਕੀ ਦੁਨੀਆ ਤੱਕ ਪਹੁੰਚਾਉਂਦੀ ਹੈ। ਇਸ ਵਾਰੀ ਵੀ ਸਾਨੂੰ ਇਹ ਸੇਵਾ, ਇਹ ਮੌਕਾ ਮਿਲਿਆ ਕਿ ਜੋ ਟੂਰ ਦੇ ਵੱਖ-ਵੱਖ ਪ੍ਰੋਗਰਾਮਸ ਹਨ ਤੁਸੀਂ ਜਸ ਪੰਜਾਬੀ 'ਤੇ ਵੀ ਵੇਖ ਸਕਦੇ ਹੋ, ਬਟ ਮੈਂ ਤਾਂ ਇੱਥੇ ਇਹੀ ਕਹਾਂਗੀ ਕਿ ਟੀਵੀ 'ਤੇ ਨਾ ਵੇਖੋ, ਆਪ ਪਹੁੰਚੋ ਪਰਿਵਾਰ ਸਮੇਤ, ਆਪ ਦੇ ਫਰੈਂਡਸ, ਫੈਮਿਲੀ ਸਾਰਿਆਂ ਨੂੰ ਨਾਲ ਲੈ ਕੇ ਆਓ। ਖਾਸ ਕਰਕੇ ਜੋ ਵੱਡੇ ਓਪਨ ਇਨਵੀਟੇਸ਼ਨ ਪ੍ਰੋਗਰਾਮਸ ਹਨ, ਜੋ ਸਭ ਤੋਂ ਪਹਿਲਾਂ ਮੈਂ ਇੱਕ ਵਾਰੀ ਫਿਰ ਕਹਿਣਾ ਚਾਹਾਂਗੀ, ਸੀਐਟਲ ਦਾ ਕੈਂਟ ਇਵੈਂਟ ਸੈਂਟਰ, ਜੋ ਕਿ ਬਹੁਤ ਇੱਕ ਵੱਡਾ ਵੈਨਿਊ ਹੈ, ਉੱਥੇ ਸੰਗਤਾਂ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਹੈ। ਕੈਂਟ ਇਵੈਂਟ ਸੈਂਟਰ ਦਾ ਪ੍ਰੋਗਰਾਮ ਹੋ ਰਿਹਾ ਹੈ ਦਸੰਬਰ 4 ਤਰੀਕ ਨੂੰ ਸ਼ਾਮੀ 5 ਵਜੇ। ਆਪ ਦੀ RSVP ਕਰਨ ਲਈ ਜਾਂ ਹੋਰ ਜਾਣਕਾਰੀ ਲਈ ਤੁਸੀਂ ਮੁਕਤਾ ਜੀ ਦਾ ਨੰਬਰ ਸਕਰੀਨ 'ਤੇ ਨੋਟ ਕਰ ਲਓ। ਵਨਸ ਅਗੇਨ, ਬੜੂ ਸਾਹਿਬ ਕਲਗੀਧਰ ਟਰਸਟ ਦੀ ਟੀਮ ਅਤੇ ਲੀਡਰਸ਼ਿਪ, ਬਾਬਾ ਜੀ ਡਾਕਟਰ ਦਵਿੰਦਰ ਸਿੰਘ ਜੀ ਪਹੁੰਚ ਰਹੇ ਹੈ ਇੱਕ ਵਾਰੀ ਫਿਰ USA ਦਾ ਟੂਰ ਕਰਨ ਲਈ, ਖਾਸ ਕਰਕੇ ਇਸ ਵਾਰੀ ਵੈਸਟ ਕੋਸਟ ਦੀ ਸੰਗਤਾਂ ਦੇ ਨਾਲ ਆਪ ਮਿਲਣ ਲਈ, ਵੱਖ-ਵੱਖ ਜਾਣਕਾਰੀ ਉਹਨਾਂ ਨੂੰ ਦੇਣ ਲਈ, ਅਪਡੇਟਸ ਅਤੇ ਕੀ ਕੁਛ ਸੇਵਾ ਇਸ ਸੰਸਥਾ ਵੱਲੋਂ ਹੋ ਰਹੀ ਹੈ ਉਹਦੀ ਸਾਰੀ ਡਿਟੇਲਸ ਬਾਬਾ ਜੀ ਡਾਕਟਰ ਦਵਿੰਦਰ ਸਿੰਘ ਜੀ ਤੁਹਾਡੇ ਨਾਲ ਸ਼ੇਅਰ ਕਰਨਗੇ। ਮੁਕਤਾ ਜੀ, ਜਸਪਾਲ ਜੀ, ਇੱਕ ਵਾਰੀ ਫਿਰ ਮੈਂ ਤੁਹਾਡਾ ਦੋਨਾਂ ਦਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਲਗਾਤਾਰ ਨਾ ਕਿ ਸਿਰਫ ਇਸ ਸੇਵਾ ਦੇ ਵਿੱਚ ਡਟ ਕੇ ਲੱਗੇ ਹੋਏ ਹੋ, ਦਿਨ ਰਾਤ ਤੁਸੀਂ ਇੱਕ ਕਰ ਦਿੰਦੇ ਹੋ। ਯੂਬਾ ਸਿਟੀ ਸੰਗਤਾਂ ਦੇ ਨਾਲ ਤੁਸੀਂ ਮਿਲੇ ਸੀ, ਸਾਡੇ ਨਾਲ ਵੀ ਜੁੜੇ ਸੀ, ਬਟ ਹੁਣ ਮੌਕਾ ਮਿਲ ਰਿਹਾ ਹੈ ਸਾਰੇ ਸਾਡੇ ਦਰਸ਼ਕਾਂ ਨੂੰ ਜੋ ਕਿ ਸੁਣ ਰਹੇ ਕਿ ਤੁਹਾਡੇ ਨਾਲ 1-on-1 ਮਿਲਣ, ਤੁਹਾਨੂੰ ਉਹ ਇਨਵਾਈਟ ਵੀ ਕਰ ਸਕਦੇ ਹੈ, ਅਤੇ ਬਾਬਾ ਜੀ ਡਾਕਟਰ ਦਵਿੰਦਰ ਸਿੰਘ ਜੀ ਨੂੰ ਵੀ ਨਾਲ ਇਨਵਾਈਟ ਕਰ ਸਕਦੇ। ਦਸੰਬਰ ਦਾ ਮਹੀਨਾ ਉਹਨਾਂ ਨੇ ਇੱਥੇ ਹੀ ਹੋਣਾ ਹੈ। ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਇੱਕ ਵਾਰੀ ਫਿਰ ਦਸੰਬਰ ਦੇ ਵਿੱਚ ਇਹ ਸਾਰੇ ਪ੍ਰੋਗਰਾਮਸ ਜਸ ਪੰਜਾਬੀ 'ਤੇ ਵੀ ਅਸੀਂ ਬ੍ਰੌਡਕਾਸਟ ਕਰਾਂਗੇ, ਬਟ ਅਸੀਂ ਤਾਂ ਕਹਿੰਦੇ ਹਾਂ ਆਪ ਤੁਸੀਂ ਉੱਥੇ ਪਹੁੰਚੋ ਅਤੇ ਬਾਬਾ ਜੀ ਡਾਕਟਰ ਦਵਿੰਦਰ ਸਿੰਘ ਜੀ ਦਾ ਸੰਗਤ ਦਾ ਆਨੰਦ ਲਵੋ। ਇਹੀ ਕਹਿੰਦੇ ਹੋਏ ਇਜਾਜ਼ਤ ਲੈਂਦੇ ਹਾਂ। ਜਸਪਾਲ ਸਿੰਘ ਸਿੱਧੂ ਜੀ ਕੈਲੀਫੋਰਨੀਆ ਤੋਂ, ਰਵੀਦੀਪ ਕੌਰ ਮੁਕਤਾ ਜੀ ਟੈਕਸਸ ਤੋਂ, ਸੇਵਾਦਾਰ ਬੜੂ ਸਾਹਿਬ ਕਲਗੀਧਰ ਟਰਸਟ ਸੰਸਥਾ ਵੱਲੋਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਮੈਂ ਵਿਊਅਰਸ ਨੂੰ ਜਾਂਦਿਆਂ ਦੇ ਇਹੀ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਨਾ ਕੁਛ ਲੈ ਕੇ ਆਉਂਦੇ ਹਾਂ, ਨਾ ਕੁਝ ਅਸੀਂ ਲੈ ਕੇ ਜਾਣਾ ਹੈ। ਤੁਸੀਂ ਜੋ ਕੁਛ ਕਮਾਇਆ ਹੈ, ਜੋ ਸਾਨੂੰ ਵਾਹਿਗੁਰੂ ਦੀ ਮਿਹਰ ਦੇ ਨਾਲ ਬਹੁਤ ਕੁਛ ਇੱਥੇ ਮਿਲਿਆ। ਅਗਰ ਅਸੀਂ ਇੱਥੇ ਅਮਰੀਕਾ ਦੇ ਵਿੱਚ ਵਸਦੇ ਹਾਂ, ਡੈਫੀਨੇਟਲੀ ਬਹੁਤ ਕੁਛ ਮਿਲਿਆ, ਅਤੇ ਥੋੜ੍ਹਾ ਜਿਹਾ ਕੱਢ ਕੇ, ਦਸਵੰਧ ਕੱਢ ਕੇ ਉਹਨਾਂ ਲਈ ਕੁਛ ਕਰੋ ਜੋ ਸਿੰਪਲ ਚੀਜ਼ਾਂ ਲਈ ਤਰਸਦੇ ਹੈ। ਐਜੂਕੇਸ਼ਨ ਮੋਸਟ ਇੰਪੋਰਟੈਂਟ ਥਿੰਗ, ਰਾਈਟ। ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਸਾਡੇ ਲਈ, ਸਾਡੇ ਗੈਸਟ ਲਈ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਐਂਡ ਬਾਬਾ ਜੀ ਡਾਕਟਰ ਦਵਿੰਦਰ ਸਿੰਘ ਜੀ ਦੇ ਆਉਣ ਵਾਲੇ ਟੂਰ ਨੂੰ ਲੈ ਕੇ ਵੀ ਜਾਣਕਾਰੀ ਤੁਸੀਂ ਸਾਨੂੰ ਪੁੱਛ ਸਕਦੇ ਹੋ। ਇਹਦੇ ਨਾਲ ਹੀ ਹੁਣ ਸਾਨੂੰ ਵੀ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।